जी जंत सब खसम के कौन कीमत पावे। कैन त्यान सुनित से पग सुहावे। अग में गोचर साहिबो दूसर लवन लावे। सच पूरे गुरु उपदेसिया सच पूरे गुरु उपदेसिया नानक सुनावे। श्लोक पवन गुरु पाणी पिता माता तरत मात दिवस रात दोए दाई दाया के लै सगल जगत चंगियाइयां बुराइयां वाचै धर्म दूर कर्मी आपो अपनी के नेड़े के दूर जिनी नाम ते आया गई मसकत काल नानक ते मुख उजले कीर्ति छुटे नाल। नानक ते मुख उजले कीर्ति छुटे नाल। वाहिगुरु जी का खालसा वाहिगुरु जी की फतेह। श्री वाहिगुरु। गुरु नानक पद पंकज बंदन पद पंकज बंदन समरो अंगद दुख गुर अमर दास नित श्री गुरु रामदास गुरु अर्जन बिघनन के बिघनन हर गोबिंद श्री हर राय नमो नमो कर जोरी यार कृष्ण तेग बहादुर परम वाहिगुरु परम
ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਫਤਿਹ ਹੈ ਬੇਗਨ ਬਿਨਾਸਨ ਸੋਏ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ਼੍ਰੀ ਨਾਨਕ ਕੇ ਨਾਮ ਕੀ ਲਿਵ ਮਨ ਦਰਸ ਪਿਆਸ ਹਿਰਦੈ ਉਡੀਕ ਸਦੀਵਈ ਕਬ ਆਵੇਂ ਮਮ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਾਹਿਬ ਨੌਵੇਂ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਮਾਘੀ ਦੀ ਸੰਕਰਾਂਤ ਦਾ ਦਿਨ ਜਾਣਦਿਆਂ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਅੱਜ ਦਾ ਦਿਨ 40 ਮੁਕਤਿਆਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਾਣਦਿਆਂ ਗੁਰੂ ਘਰਾਂ ਵਿੱਚ ਮਨਾਇਆ ਜਾਂਦਾ ਹੈ। ਕਲਗੀਧਰ ਜੀ ਨੇ ਇਹਨਾਂ 40 ਮੁਕਤਿਆਂ ਬਾਬਤ, ਜਿਨ੍ਹਾਂ ਨੂੰ ਅਸੀਂ ਰੋਜ਼ ਅਰਦਾਸ ਵਿੱਚ ਯਾਦ ਕਰਕੇ ਤਿਨਾਂ ਦਾ ਧਿਆਨ ਧਾਰਦੇ ਹਾਂ, ਜਦੋਂ ਕਿਹਾ ਜਾਂਦਾ 40 ਮੁਕਤਿਆਂ, ਤਾਂ ਉਹ 40 ਮੁਕਤੇ ਸ੍ਰੀ ਮੁਕਤਸਰ ਸਾਹਿਬ ਦੇ ਹਨ, ਜਿਨ੍ਹਾਂ ਦਾ ਧਿਆਨ ਸਾਡੇ ਸਾਰਿਆਂ ਦੀ ਸਿਮਰਤੀ ਵਿੱਚ ਆਉਂਦਾ ਹੈ। ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਨੇ ਤਿਨਾਂ ਬਾਬਤ ਆਪਣੀ ਬਾਣੀ ਵਿੱਚ ਇਹ ਬਚਨ ਲਿਖੇ ਹੈ। 40 ਨਰ ਇਹ ਬੀਜ ਖਾਲਸਾ, ਮੁਕਤੇ ਪਾਵਨ ਸਿੰਘ ਬਲੀ। ਮਹਾਰਾਜ ਜੀ ਕਹਿੰਦੇ ਜਿਹੜੇ 40 ਮੁਕਤੇ ਹਨ, ਇਹ ਮੇਰੇ ਖਾਲਸੇ ਪੰਥ ਦਾ ਬੀਜ ਹੈ, ਜਿਹੜਾ ਮੈਂ ਸੱਚਖੰਡ 'ਚ ਸਾਂਭ ਕੇ ਰੱਖਿਆ। ਫਸਲ ਨਸ਼ਟ ਹੋ ਜਾਏ, ਜੇ ਉਹਦਾ ਬੀਜ ਸਾਂਭਿਆ ਪਿਆ ਹੋਵੇ ਤੇ ਕਿਸਾਨ ਨੂੰ ਚਿੰਤਾ ਨਹੀਂ ਹੁੰਦੀ। ਉਹਨੂੰ ਇਹ ਪਤਾ ਹੁੰਦਾ ਹੈ ਕਿ ਬੀਜ ਹੈ, ਮੈਂ ਬੀਜਾਂਗਾ ਫਿਰ ਉਗ ਜਾਏਗਾ। ਮਹਾਰਾਜ ਜੀ ਕਹਿੰਦੇ ਜਿਹੜੇ 40 ਮੁਕਤੇ ਨੇ, ਇਹ ਮੇਰੇ ਖਾਲਸੇ ਪੰਥ ਦਾ ਬੀਜ ਹੈ, ਜਿਹੜਾ ਮੈਂ ਸੱਚਖੰਡ 'ਚ ਸਾਂਭ ਕੇ ਰੱਖਿਆ ਹੋਇਆ। ਜਦੋਂ ਕਿਤੇ ਕੋਈ ਇਹੋ ਜਿਹੀ ਖੇਡ ਬਣਦੀ ਹੈ ਤਾਂ ਇਹਨਾਂ 40 ਦੇ ਵਿੱਚੋਂ ਮੈਂ ਇੱਕ ਭੇਜਦਾ ਮਾਤ ਲੋਕ ਵਿੱਚ, ਜਿਹੜਾ ਪੰਥ ਦੀ ਚੜ੍ਹਦੀ ਕਲਾ ਕਰਕੇ ਮੁੜ ਕੇ ਫੇਰ ਇਹਨਾਂ 40 'ਚ ਬਿਰਾਜਮਾਨ ਹੋ ਜਾਂਦਾ। ਭਾਈ ਮਾਹ ਸਿੰਘ, ਭਾਈ ਮਾਹ ਸਿੰਘ ਜੀ ਵਰਗੇ ਸਾਹਿਬ ਦੇ ਯੋਧੇ
ਜਦੋਂ ਵਜ਼ੀਰ ਖਾਨ ਫੌਜ ਲੈ ਕੇ ਸਤਿਗੁਰਾਂ ਤੇ ਹਮਲਾਵਰ ਹੋ ਕੇ ਪਿੱਛੇ ਚੜ੍ਹਿਆ, ਉਧਰੋਂ ਮਾਝੇ ਦੇ ਕੁਝ ਚੌਧਰੀ ਇਕੱਠੇ ਹੋ ਕੇ, ਕੁਝ ਗੁਰਸਿੱਖ ਰਾਮੇਆਣਾ ਨਗਰ ਹੈ ਇੱਧਰ ਮਾਲਵੇ ਵਿੱਚ ਕਲਗੀਧਰ ਕੋਲ ਆਏ। ਕਲਗੀਧਰ ਜੀ ਨੂੰ ਆ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਇਹ ਜੰਗ ਯੁੱਧ ਛੱਡ ਦਿਓ ਤੇ ਅਸੀਂ ਤੁਹਾਡੀ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਸੰਧੀ ਕਰਾ ਦਿੰਨੇ ਹਾਂ। ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਕਹਿਣ ਲੱਗੇ, ਜੰਗ ਯੁੱਧ ਤਾਂ ਅਸੀਂ ਛੱਡ ਨਹੀਂ ਸਕਦੇ। ਕਹਿਣ ਲੱਗੇ, ਜੀ ਫਿਰ ਸੰਧੀ ਨਹੀਂ ਹੋਣੀ ਤੁਹਾਡੀ ਬਾਦਸ਼ਾਹ ਨਾਲ, ਮੇਲ ਨਹੀਂ ਹੋਣਾ। ਕਲਗੀਧਰ ਪਾਤਸ਼ਾਹ ਕਹਿੰਦੇ, ਤੁਸੀਂ ਅੱਜ ਆਏ ਹੋ ਮੇਲ ਕਰਾਣ, ਸੰਧੀ ਕਰਾਣ। ਵੱਡੇ ਚੌਧਰੀਓ ਇਹ ਦੱਸੋ, ਜਦੋਂ ਸਾਡੇ ਪਿਤਾ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਔਰੰਗਜ਼ੇਬ ਨੇ ਸ਼ਹੀਦ ਕੀਤਾ, ਤੁਸੀਂ ਉਦੋਂ ਕਿਉਂ ਨਾ ਗਏ ਸੰਧੀ ਕਰਾਣ? ਜਦੋਂ ਲੱਖਾਂ ਦੀ ਗਿਣਤੀ 'ਚ ਫੌਜਾਂ ਚੜਾ ਕੇ ਔਰੰਗਜ਼ੇਬ ਨੇ ਸਾਡੇ ਤੇ ਆਨੰਦਪੁਰ ਸਾਹਿਬ ਭੇਜੀਆਂ, ਤੁਸੀਂ ਉਦੋਂ ਸੰਧੀ ਕਿਉਂ ਨਾ ਕਰਾਈ ਬਈ? ਜਦੋਂ ਚਮਕੌਰ ਦੇ ਜੰਗ ਵਿੱਚ ਸਾਡੇ ਵੱਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਤੁਸੀਂ ਉਦੋਂ ਸੰਧੀ ਕਿਉਂ ਨਾ ਕਰਾਈ? ਪਹਿਲਾਂ ਉਹ ਸ਼ਹੀਦ ਨਾ ਹੁੰਦੇ? ਉਦੋਂ ਹੱਦ ਮੁੱਕ ਗਈ ਜਦੋਂ 7 ਸਾਲ ਤੇ 9 ਸਾਲ ਦੇ ਸਾਡੇ ਬੱਚਿਆਂ ਨੂੰ ਨੀਹਾਂ 'ਚ ਚਿਣ ਕੇ ਨਾ ਸ਼ਹੀਦ ਕੀਤਾ, ਉਦੋਂ ਤੁਸੀਂ ਕਿੱਥੇ ਸੀ? ਕਹਿਣ ਲੱਗੇ, ਜੀ ਜੋ ਹੋ ਗਿਆ ਪਿੱਛੇ ਹੋ ਗਿਆ, ਹੁਣ ਤੁਸੀਂ ਮੇਲ ਕਰ ਲਓ, ਅਸੀਂ ਤਾਂ ਤੁਹਾਡੇ ਨਾਲ ਸਿੱਖੀ ਨਿਭਾਉਣੀ। ਮਹਾਰਾਜ ਜੀ ਕਹਿੰਦੇ, ਸਾਡਾ ਮੇਲ ਤਾਂ ਔਰੰਗਜ਼ੇਬ ਦੇ ਨਾਲ ਮੈਦਾਨੇ ਜੰਗ ਵਿੱਚ ਹੀ ਹੋ ਸਕਦਾ, ਹੋਰ ਕਿਸੇ ਤਰੀਕੇ ਨਾਲ ਨਹੀਂ। ਰਹੀ ਗੱਲ ਤੁਹਾਡੀ ਸਿੱਖੀ ਦੀ, ਲਿਖ ਕੇ ਦੇ ਜੋ ਸਾਨੂੰ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ। ਇਹਨਾਂ ਬਦਾਵਾ ਲਿਖ ਕੇ ਦੇ ਦਿੱਤਾ। ਉਧਰੋਂ ਭਾਈ ਮਾਹ ਸਿੰਘ ਵਰਗੇ ਗੁਰੂ ਕੇ ਲਾਲਾ ਨੂੰ, ਮਾਈ ਭਾਗੋ ਹੋਣਾ ਨੂੰ, 40 ਸਿੰਘਾਂ ਨੂੰ ਪਤਾ ਲੱਗਾ ਵੀ ਮਾਝੇ ਦੇ ਸਿੱਖਾਂ ਨੇ ਬਦਾਵਾ ਦੇ ਦਿੱਤਾ, ਤੇ ਉਹ 40 ਸਿੰਘ ਮਾਈ ਭਾਗੋ ਦੇ ਸਮੇਤ ਮਹਾਰਾਜ ਜੀ ਵੱਲ ਆਏ। ਸਤਿਗੁਰੂ ਜੀ ਟਿੱਬੀ ਸਾਹਿਬ ਬਿਰਾਜਮਾਨ ਸਨ, ਇੱਧਰੋਂ ਵਜੀਦੇ ਦੀ ਫੌਜ ਆ ਗਈ। ਸਿੰਘਾਂ ਸੋਚਿਆ ਵੀ ਕਲਗੀਧਰ ਪਾਤਸ਼ਾਹ ਕੋਲ ਜਾਂਦਿਆਂ ਟਾਈਮ ਲੱਗਣਾ, ਤੇ ਇੱਥੇ ਦੁਸ਼ਮਣ ਨੂੰ ਪਹਿਲਾਂ ਹੀ ਰੋਕ ਲਈਏ, ਸਤਿਗੁਰਾਂ ਕੋਲ ਜਾਣ ਨਾ ਦੇਈਏ। ਖਿਦਰਾਣੇ ਦੀ ਢਾਬ, ਜਿਹਨੂੰ ਅੱਜ ਕੱਲ੍ਹ ਆਪਾਂ ਸ੍ਰੀ ਮੁਕਤਸਰ ਸਰੋਵਰ ਕਹਿੰਦੇ ਆ, ਇਹ ਖਾਲੀ ਸੀ। ਢਾਬ ਜਿਵੇਂ ਆਮ ਤਲਾਬ ਹੁੰਦੇ ਆ, ਇਦਾਂ ਦਾ ਤਾਲ ਸੀ। ਸਿੰਘਾਂ ਨੇ ਇੱਥੇ ਮੋਰਚਾਬੰਦੀ ਕਰ ਲਈ। ਆਪਣੇ ਜਿਹੜੇ ਕੱਪੜੇ ਬਸਤਰ ਸਨ ਤੇ ਉਹ ਨਾਲ ਝਾੜਾਂ ਦੇ ਉੱਤੇ ਪਾ ਦਿੱਤੇ, ਤੇ ਦੁਸ਼ਮਣ ਨੂੰ ਭੁਲੇਖਾ ਪਾਇਆ ਵੀ ਸਿੰਘ ਬਹੁਤੀ ਗਿਣਤੀ 'ਚ ਨੇ। ਜਿੱਥੇ ਸਿੰਘਾਂ ਨੇ ਝਾੜਾਂ ਦੇ ਉੱਤੇ ਆਪਣੇ ਬਸਤਰ ਪਾਏ ਸੀ, ਉੱਥੇ ਅੱਜ ਕੱਲ੍ਹ ਮੁਕਤਸਰ ਸਾਹਿਬ ਅਸਥਾਨ ਹੈ, ਗੁਰਦੁਆਰਾ ਤੰਬੂ ਸਾਹਿਬ। ਉਧਰ ਕਲਗੀਧਰ ਜੀ ਟਿੱਬੀ ਸਾਹਿਬ ਬਿਰਾਜਮਾਨ ਸੀ। ਇੱਧਰੋਂ ਵਜ਼ੀਰ ਖਾਨ ਨੇ ਫੌਜਾਂ ਲਿਆ ਕੇ ਹਮਲਾ ਕੀਤਾ। ਉਹਨੇ ਸੋਚਿਆ ਵੀ ਇੱਧਰ ਸਿੰਘ ਨੇ ਜਿੱਧਰ ਝਾੜਾਂ ਤੇ ਕੱਪੜੇ ਪਾਏ ਐ, ਉਸ ਪਾਸੇ ਗਿਆ। ਇੱਧਰੋਂ ਖਦਰਾਣੇ ਦੀ ਢਾਬ 'ਚੋਂ ਸਿੰਘਾਂ ਨੇ ਬਾਹਰ ਨਿਕਲ ਕੇ ਅਨੇਕਾਂ ਬੈਰੀਆਂ ਨੂੰ ਮਾਰ ਪਾਰ ਬੁਲਾਇਆ। 40 ਇੰਨੀ ਬਹਾਦਰੀ ਨਾਲ ਲੜੇ। ਮਾਈ ਭਾਗੋ ਜੀ ਵੀ ਨਾਲ ਸਨ ਕਿ ਦੁਸ਼ਮਣ ਲੜਦਾ ਲੜਦਾ ਹੰਬ ਗਿਆ, ਪਿਆਸ ਲੱਗੀ, ਕਿਉਂਕਿ ਇਹ ਜੰਗ ਅੱਜ ਦੇ ਦਿਨ ਨਹੀਂ ਸੀ ਹੋਇਆ, ਗਰਮੀਆਂ ਦੇ ਦਿਨਾਂ ਵਿੱਚ ਹੋਇਆ ਸੀ, ਵਿਸਾਖ ਮਹੀਨੇ ਵਿੱਚ। ਅੱਜ ਦੇ ਦਿਨ ਤਾਂ ਮਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਥ ਨੇ ਇੱਧਰ ਜਾਣਾ ਹੁੰਦਾ ਸੀ, ਮਾਲਵੇ ਦੇ ਇਲਾਕੇ 'ਚ ਪਾਣੀ ਨਹੀਂ ਸੀ ਹੁੰਦਾ, ਤੋ ਖਾਲਸੇ ਨੇ ਗੁਰਮਤਾ ਕੀਤਾ ਵੀ ਆਪਾਂ ਇਹ ਸਿਆਲਾਂ 'ਚ ਦਿਨ ਉਹਨਾਂ 40 ਨੂੰ ਯਾਦ ਕਰਕੇ ਮਾਘੀ ਨੂੰ ਮਨਾ ਲਿਆ ਕਰੀਏ। ਇਸ ਕਰਕੇ ਸਮਰਪਿਤ ਹੈ। ਜਿਹੜਾ ਜੰਗ ਹੋਇਆ ਮੁਕਤਸਰ ਸਾਹਿਬ ਦਾ, ਉਹ ਵਿਸਾਖ ਮਹੀਨੇ 'ਚ ਹੋਇਆ। ਗਰਮੀ ਸੀ, ਫੌਜਾਂ ਨੂੰ ਪਿਆਸ ਲੱਗੀ, ਸਿੰਘ 40 ਲੜ ਕੇ ਸ਼ਹੀਦੀਆਂ ਪਾ ਗਏ। ਉਧਰੋਂ ਕਲਗੀਧਰ ਨੇ ਪੁੱਛਿਆ ਵੀ ਕੌਣ ਲੜਦਾ ਹੈ? ਸਿੱਖਾਂ ਦੱਸਿਆ, ਮਹਾਰਾਜ ਮਾਝੇ ਦੇ ਸਿੱਖ ਨੇ। ਇਧਰ ਕੋਟ ਕਪੂਰਾ, ਉੱਥੋਂ ਦਾ ਚੌਧਰੀ ਸੀ ਕਪੂਰਾ, ਉਹ ਵੀ ਨਾਲ ਸੀ ਵਜ਼ੀਰ ਖਾਨ ਦੇ। ਉਹ ਅੰਦਰੋਂ ਗੁਰੂ ਕਾ ਸਿੱਖ ਸੀ, ਪਰ ਮਜਬੂਰੀ ਵਸ ਉਹਨੂੰ ਨਾਲ ਆਉਣਾ ਪਿਆ।
ਉਹਨੂੰ ਪੁੱਛਦਾ ਵਜ਼ੀਰ ਖਾਨ ਵੀ ਇੱਥੇ ਪਾਣੀ ਨਹੀਂ ਮਿਲਦਾ ਨੇੜੇ। ਉਹਨੇ ਵੀ ਨੀਤੀ ਵਰਤੀ ਵੀ ਅੱਗੇ ਗੁਰੂ ਸਾਹਿਬ ਨੇ ਕਹਿਣ ਲੱਗਾ ਜੇ ਅੱਗੇ ਜਾਏਗਾ 8 ਕੋਹ ਤੇ ਪਾਣੀ ਮਿਲੇਗਾ, ਜੇ ਪਿੱਛੇ ਜਾਏਗਾ ਤੇ 4 ਕੋਹਾਂ ਤੇ ਹੀ ਮਿਲ ਜਾਏਗਾ। ਵਜ਼ੀਰ ਖਾਨ ਕਹਿੰਦਾ ਵੀ ਅੱਗੇ ਜਾਣਾ ਔਖਾ, ਆਪਾਂ ਪਿੱਛੇ ਹੀ ਮੁੜ ਚੱਲੀਏ। ਫੌਜ ਵਜ਼ੀਰ ਖਾਨ ਦੀ ਵਾਪਸ ਮੁੜ ਗਈ। ਉਧਰੋਂ ਕਲਗੀਧਰ ਜੀ ਟਿੱਬੀ ਸਾਹਿਬ ਤੋਂ ਚੱਲ ਕੇ ਖਿਦਰਾਣੇ ਦੀ ਢਾਬ ਵੱਲ ਆਏ। ਸਿੰਘਾਂ ਨੂੰ ਸ਼ਹੀਦ ਹੋਇਆ ਵੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਖਿਦਰਾਣੇ ਦੀ ਢਾਬ ਤੋਂ ਟੁਰਦੇ ਜਿੰਨੇ ਜਿੰਨੇ ਕਦਮਾਂ ਤੇ ਲੜ ਕੇ ਸਿੰਘ ਸ਼ਹੀਦ ਹੋਏ ਸੀ ਖਿਦਰਾਣੇ ਦੀ ਢਾਬ ਤੋਂ, ਮੁਕਤਸਰ ਸਰੋਵਰ ਤੋਂ, ਜਿੰਨੇ ਕਦਮ ਲੜ ਕੇ ਸ਼ਹੀਦ ਹੋਏ, ਜੇ ਕੋਈ 5 ਕਦਮ ਲੜ ਕੇ ਸ਼ਹੀਦੀ ਪਾ ਗਿਆ ਤਾਂ ਕਹਿੰਦੇ ਮਹਾਰਾਜ ਜੀ ਵਰ ਦਿੰਦੇ ਮੇਰਾ 5000 ਹੀ ਜਰਨੈਲ। ਜੇ ਕੋਈ 10 ਕਦਮ ਵੱਧ ਕੇ ਅੱਗੇ ਲੜ ਕੇ ਸ਼ਹੀਦੀ ਪਾ ਗਿਆ ਤਾਂ ਉਹਨੂੰ ਕਿਹਾ ਇਹ ਮੇਰਾ 10,000 ਹੀ ਜਰਨੈਲ। ਜੇ ਕੋਈ 15 ਕਦਮ ਵੱਧ ਕੇ ਲੜਿਆ ਖਿਦਰਾਣੇ ਦੀ ਢਾਬ ਤੋਂ ਬਾਹਰ ਨਿਕਲ ਕੇ ਤਾਂ ਕਹਿੰਦੇ ਮੇਰਾ 15,000 ਹੀ ਜਰਨੈਲ। ਇਹ ਖਿਤਾਬ, ਇਹ ਰੁਤਬੇ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਉਹਨਾਂ ਸਿੰਘਾਂ ਨੂੰ ਦੇ ਰਹੇ ਨੇ। ਤੇ ਚਲਦਿਆਂ ਚਲਦਿਆਂ ਉੱਥੇ ਪਹੁੰਚੇ ਨੇ ਜਿੱਥੇ ਭਾਈ ਮਾਹ ਸਿੰਘ ਜੀ ਸਿਸਕੀਆਂ ਲੈ ਰਹੇ ਨੇ। ਭਾਈ ਮਾਹ ਸਿੰਘ ਜੀ ਭਾਈ ਮਨੀ ਸਿੰਘ ਹੋਣਾ ਦੇ ਪਰਿਵਾਰ ਵਿੱਚੋਂ ਸਨ। ਭਾਈ ਮਾਹ ਸਿੰਘ ਜੀ ਦਾ ਸੀਸ ਆਪਣੇ ਗੋਡੇ ਤੇ ਰੱਖਿਆ, ਆਪਣੇ ਗਲ 'ਚ ਪਾਏ ਪੱਲੂ ਨਾਲ ਭਾਈ ਮਾਹ ਸਿੰਘ ਦਾ ਮੁਖ ਪੂੰਝਿਆ, ਮੁਖ ਵਿੱਚ ਜਲ ਪਾਇਆ ਤੇ ਮਾਹ ਸਿੰਘ ਹੋਣਾ ਨੇ ਨੇਤਰ ਖੋਲੇ। ਸਾਹਮਣੇ ਸਾਹਿਬ ਗੁਰੂ ਕਲਗੀਧਰ ਦਾ ਨੂਰਾਨੀ ਚਿਹਰਾ ਵੇਖਿਆ ਤੇ ਵੇਖ ਕੇ ਕਹਿੰਦੇ ਉਹ ਆ ਗਏ ਹੋ ਸਾਈਂ ਜੀ। ਮੈਂ ਉਡੀਕਦਾ ਸੀ, ਇਸੇ ਕਰਕੇ ਸਰੀਰ 'ਚੋਂ ਪ੍ਰਾਣ ਨਹੀਂ ਸਨ ਨਿਕਲੇ ਕਿ ਮੇਰੇ ਸਾਹਿਬ ਜੀ ਆਉਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਕੇ ਟੁੱਟੀ ਗੰਢ ਕੇ ਫੇਰ ਇਹ ਸਰੀਰ ਤਿਆਗਾਂ। ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਕਹਿੰਦੇ ਮਾਹ ਸਿੰਘ ਮੰਗ ਕੀ ਚਾਹੀਦਾ? ਮਹਾਰਾਜ ਮਾਝੇ ਦੀ ਟੁੱਟੀ ਸਿੱਖੀ ਗੰਢ ਲਓ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮਾਹ ਸਿੰਘ ਕੁਝ ਹੋਰ ਮੰਗ ਲਓ। ਦੁਬਾਰਾ ਫੇਰ ਇਹ ਮੰਗਿਆ। ਮਹਾਰਾਜ ਜੀ ਕਹਿੰਦੇ ਮੇਰੇ ਸਿੰਘ ਪਰਉਪਕਾਰੀ ਨੇ, ਆਪਣੇ ਵਾਸਤੇ ਨਹੀਂ ਮੰਗਦੇ, ਦੁਨੀਆ ਦੇ ਭਲੇ ਵਾਸਤੇ ਮੰਗਦੇ ਆ। ਸਤਿ ਸ੍ਰੀ ਅਕਾਲ। ਮੇਰਾਂ ਦੇ ਘਰ ਵਿੱਚ ਆਏ ਤੇ ਬਦਾਵਾ ਮਹਾਰਾਜ ਜੀ ਕਹਿੰਦੇ ਮੈਂ ਸਾਂਭ ਕੇ ਰੱਖਿਆ ਸੀ। ਵੇਖ ਮਾਂ ਸਿਆ, ਭਾਈ ਮਾਹ ਸਿੰਘ ਦੇ ਨੇਤਰਾਂ ਦੇ ਸਾਹਮਣੇ ਬਦਾਵਾ ਪਾੜ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਝੇ ਦੀ ਸਿੱਖੀ ਟੁੱਟੀ ਗੰਢ ਲਈ। ਸਤਿ ਸ੍ਰੀ ਅਕਾਲ। ਮਾਝੇ ਦੀ ਸਿੱਖੀ ਭਾਈ ਮਾਹ ਸਿੰਘ ਨੇ ਰੱਖੀ ਹੈ ਤੇ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਹੋਣਾ ਨੇ ਰੱਖੀ ਹੈ। ਭਾਈ ਮਾਹ ਸਿੰਘ ਜੀ ਨੇ ਬਦਾਵਾ ਪੜਵਾਇਆ। ਉਹ ਟੁੱਟੀ ਗੰਢੀ ਦਿਵਸ ਉਹਨੂੰ ਯਾਦ ਕਰਦਿਆਂ ਅੱਜ ਦੇ ਦਿਨ ਸਮੁੱਚਾ ਖਾਲਸਾ ਪੰਥ ਸ੍ਰੀ ਮੁਕਤਸਰ ਸਾਹਿਬ ਹਾਜ਼ਰੀਆਂ ਭਰਦਾ ਹੈ ਔਰ ਮੁਕਤਸਰ ਸਰੋਵਰ 'ਚ ਇਸ਼ਨਾਨ ਕਰਦਾ। ਮਹਾਰਾਜ ਜੀ ਨੇ ਬਚਨ ਕੀਤਾ ਭਾਈ ਜਿੱਥੇ ਇੱਕ ਸਿੰਘ ਮੁਕਤ ਹੋ ਜੇ ਉਹ ਸਥਾਨ ਦਾ ਹੀ ਮਹਾਤਮ ਬੜਾ ਵੱਡਾ ਹੁੰਦਾ ਹੈ। ਇੱਥੇ ਤਾਂ ਮੇਰੇ 40 ਸਿੰਘ ਲੜ ਕੇ ਸ਼ਹੀਦੀਆਂ ਪਾ ਕੇ ਮੁਕਤ ਹੋਏ ਆ। ਇਹ ਮੁਕਤੀ ਦਾ ਸਰ ਹੈ। ਖਿਦਰਾਣੇ ਦੀ ਢਾਬ ਨੂੰ ਮਹਾਰਾਜ ਜੀ ਨੇ ਮੁਕਤੀ ਦਾ ਸਰ ਹੋਣ ਦਾ ਸਨਮਾਨ ਦਿੱਤਾ। ਤੋ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਉਹਨਾਂ ਸਮੂਹ 40 ਮੁਕਤਿਆਂ ਨੂੰ, ਸ਼ਹੀਦਾਂ ਨੂੰ ਨਮਸਕਾਰ ਹੈ, ਪ੍ਰਣਾਮ ਹੈ। ਮਾਈ ਭਾਗੋ ਜੀ ਜ਼ਖਮੀ ਹਾਲਤ ਵਿੱਚ ਸਨ। ਉਹਨਾਂ ਦੀ ਮਲਮ ਪੱਟੀ ਹੋਈ, ਬੜੀ ਉੱਚੀ ਅਵਸਥਾ 'ਚ ਮਾਈ ਭਾਗੋ ਜੀ ਪਹੁੰਚੇ। ਉਹਨਾਂ ਬਾਬਤ ਵੀ ਗੁਰੂ ਕਲਗੀਧਰ ਨੇ ਬਚਨ ਕਹੇ। ਆਖਿਆ ਸੁਣ ਮਾਈ ਭਾਗੋ ਸਚਿਆਰੀ, ਪਰਮਹੰਸ ਅਵਸਥਾ ਧਾਰੀ। ਭਾਗੋ ਤੂੰ ਪਰਮਹੰਸ ਅਵਸਥਾ ਵਿੱਚ ਟਿਕੀ ਹੋਈ ਹੈ ਬੇਟਾ, ਤੇਰੀ ਉੱਚੀ ਅਵਸਥਾ ਹੈ। ਐਸੇ ਵਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਉੱਥੇ ਅੱਜ ਪੂਰੇ ਸੰਸਾਰ ਭਰ ਵਿੱਚ ਗੁਰੂ ਕੇ ਸਿੱਖ ਵਾਸਤੇ ਅਗਰ ਕੋਈ ਸਭ ਤੋਂ ਸ੍ਰੇਸ਼ਟ, ਸਰਵੋਤਮ, ਉੱਤਮ ਸਥਾਨ ਹੈ ਜਿਸ ਤੋਂ ਪਰੇ ਗੁਰੂ ਕੇ ਸਿੱਖ ਲਈ ਕੁਝ ਵੀ ਨਹੀਂ, ਤਾਂ ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ। ਸਤਿ ਸ੍ਰੀ ਅਕਾਲ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਦਾ ਦਿਨ ਹੈ। ਅੱਜ ਦੇ ਦਿਨ ਡਿਠੇ ਸਭੇ ਥਾਮ, ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ।
ਵਸਦੀ ਸੰਗਨ ਅਪਾਰ ਅਨੂਪ ਰਾਮਦਾਸਪੁਰ। ਹਰ ਹਾਂ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਦਰਬਾਰ ਹਰੀ ਮੰਦਰ। ਅੱਜ ਦੇ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਰਦਾਸ ਕਰਵਾਈ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਸਮੁੱਚੀਆਂ ਗੁਰੂ ਕੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਦੇ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿ ਸ੍ਰੀ ਅਕਾਲ। ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਮਾਘ ਦੇ ਮਹੀਨੇ ਦੀ ਸੰਕਰਾਂਤ ਦਾ ਦਿਨ ਹੈ। ਪਾਤਸ਼ਾਹ ਕਹਿੰਦੇ ਭਾਈ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰ। ਜੋ ਰੱਬ ਦੇ ਪਿਆਰੇ ਮਹਾਂਪੁਰਸ਼ ਗੁਰਸਿੱਖ ਨੇ, ਸੰਤ ਜਨ ਨੇ, ਤਿਨਾਂ ਦੀ ਸੰਗਤ ਦੇ ਵਿੱਚ ਤਿਨਾਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰਨ ਦਾ ਮਤਲਬ ਹੈ ਨਿਮਰਤਾ ਸਹਿਤ ਰਹਿ ਕੇ ਹਰੀ ਦਾ ਨਾਮ ਧਿਆ ਤੇ ਆਪਣੇ ਮਨ ਵਿੱਚੋਂ ਆਪਣੇ ਹੰਕਾਰ ਦਾ, ਗੁਮਾਨ ਦਾ ਤਿਆਗ ਕਰ। ਕਾਮ ਕ੍ਰੋਧ ਆਦਿਕ ਲੋਭ ਮੋਹ ਵਿਕਾਰ ਜਿਹੜੇ ਨੇ ਉਹ ਨਾਮ ਜਪਣ ਵਾਲੇ ਗੁਰਮੁਖਾਂ ਦੇ ਉੱਤੇ ਨਹੀਂ ਹਾਵੀ ਹੁੰਦੇ। ਔਰ ਇਹ ਮਾਘ ਦਾ ਮਹੀਨਾ ਉਹਨਾਂ ਵਾਸਤੇ ਪਵਿੱਤਰ ਹੈ। ਮਾਘ ਦੇ ਮਹੀਨੇ 'ਚੋਂ ਪਵਿੱਤਰ ਤੇ ਪਾਵਨ ਹਨ ਜਿਨ੍ਹਾਂ ਤੇ ਮੇਰੇ ਸਾਹਿਬ ਜੀ ਆਪਣੀ ਮਿਹਰ ਦ੍ਰਿਸ਼ਟੀ ਕਰਦੇ ਹਨ। ਗੁਰੂ ਚਰਨਾਂ 'ਚ ਰਜੋਈ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀਓ, ਇਹ ਮਾਘ ਦਾ ਮਹੀਨਾ ਆਪ ਜੀ ਦੀ ਦਇਆ ਨਾਲ ਪ੍ਰਾਰੰਭ ਹੋਇਆ ਹੈ। ਦਇਆ ਕਰਿਓ ਇਹ ਮਹੀਨਾ ਆਪ ਜੀ ਦੀ ਸੰਗਤ ਕਰਦਿਆਂ, ਬਾਣੀ ਪੜ੍ਹਦਿਆਂ, ਸੇਵਾ ਸਿਮਰਨ ਕਰਦਿਆਂ, ਭਜਨ ਕਰਦਿਆਂ, ਪਰਉਪਕਾਰ ਭਲਾ ਕਰਦਿਆਂ ਸੁੱਖਾਂ ਦਾ ਬਤੀਤ ਹੋਵੇ। ਉੱਥੇ ਅੱਜ ਬਸੰਤ ਰਾਗ ਦੀ ਆਰੰਭਤਾ ਅੰਮ੍ਰਿਤ ਵੇਲੇ ਹੋਈ ਹੈ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਰੋਜ਼ਾਨਾ ਬਸੰਤ ਦੀ ਵਾਰ ਰਾਗੀ ਸਿੰਘ ਗਾਇਨ ਕਰਿਆ ਕਰਨਗੇ ਹਰ ਚੌਂਕੀ ਵਿੱਚ। ਪਹਿਲੇ ਸ਼ਬਦ ਦੀ ਆਰੰਭਤਾ ਰਾਗ ਬਸੰਤ ਤੋਂ ਹੋਇਆ ਕਰੇਗੀ। ਹੋਲੇ ਮਹੱਲੇ ਦੀ ਰਾਤ ਤਾਈਂ ਇਹ ਮਰਿਆਦਾ ਗੁਰੂ ਘਰ ਦੇ ਵਿੱਚ ਚੱਲਦੀ ਹੈ। ਰਾਗ ਬਸੰਤ ਇਹਨਾਂ 2-2.5 ਮਹੀਨਿਆਂ ਦੇ ਵਿੱਚ ਗਾਇਨ ਹੁੰਦਾ ਹੈ। ਅੱਜ ਬਸੰਤ ਰਾਗ ਦੀ ਆਰੰਭਤਾ ਦਾ ਦਿਨ ਵੀ ਹੈ। ਮਾਹੋ ਮਹਾ ਮੁਬਾਰਖੀ ਚੜਿਆ ਸਦਾ ਬਸੰਤ। ਔਰ ਬਸੰਤ ਰਾਗ ਰਾਗੀ ਸਿੰਘ ਗਾਇਨ ਕਰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਜੀਵਨ ਵਿੱਚ ਵੀ ਬਸੰਤ ਆਵੇ। ਜਿਵੇਂ ਬਸੰਤ ਆਉਂਦੀ ਹੈ ਤੇ ਸਾਰੀ ਬਨਸਪਤੀ ਜਿਹੜੀ ਆ ਮੌਲੀ ਜਾਂਦੀ ਹੈ, ਖੇੜੇ 'ਚ ਆ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੋ ਸਾਡੇ ਹਿਰਦੇ ਵੀ ਮੌਲੇ ਜਾਣ, ਖੇੜੇ ਵਿੱਚ ਆਨੰਦ ਵਿੱਚ ਆ ਜਾਣ ਔਰ ਸਾਡੇ ਜੀਵਨ ਵਿੱਚ ਵੀ ਬਸੰਤ ਬਣ ਜਾਏ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਘਰ ਸਦਾ ਬਸੰਤ ਹੈ ਜਿਨ੍ਹਾਂ ਦੇ ਹਿਰਦੇ ਰੂਪੀ ਘਰਾਂ ਵਿੱਚ ਵਾਹਿਗੁਰੂ ਪਤੀ ਪਰਮਾਤਮਾ ਵਸਦਾ ਹੈ। ਤੇ ਜਿਨ੍ਹਾਂ ਦਾ ਪਤੀ ਜਿਨ੍ਹਾਂ ਦੇ ਹਿਰਦੇ ਤੋਂ ਬਹੁਤ ਦੂਰ ਹੈ ਉਹ ਜੀਵ ਰੂਪੀ ਇਸਤਰੀਆਂ ਰਾਤ ਦਿਨ ਸੜਦੀਆਂ ਬਲਦੀਆਂ ਰਹਿੰਦੀਆਂ, ਭਾਵੇਂ ਬਸੰਤ ਦੀ ਰੁੱਤ ਵੀ ਹੋਵੇ। ਗਰੀਬ ਨਵਾਜ ਸਾਹਿਬ ਕਿਰਪਾ ਕਰਨ। ਆਓ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਦਇਆਨੰਦ ਸੁਆਮੀ ਜੀ ਏਮਨਾਬਾਦ ਨਗਰ ਤੋਂ ਚੱਲ ਕੇ ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਆਏ ਨੇ। ਬਾਬਾ ਚੰਦਰਭਾਨ ਦੇ ਖੂਹ ਤੇ ਸਤਿਗੁਰੂ ਜੀ ਨੇ ਆ ਕੇ ਆਸਣ ਲਾਇਆ ਹੈ। ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਮਾਤਾ ਤ੍ਰਿਪਤਾ ਜੀ, ਬਹੁਤ ਸਾਰੇ ਸੰਬੰਧੀ ਚੱਲ ਕੇ ਆਏ ਨੇ। ਚਾਚੇ ਲਾਲੂ ਨੇ ਆਖਿਆ ਆਓ ਨਾਨਕ ਜੀ ਘਰ ਚੱਲੀਏ। ਸਾਹਿਬ ਆਖਿਆ ਅਸੀਂ ਐਸੇ ਘਰ ਵਿੱਚ ਵਿਦਵਾਨ ਹਾਂ ਜਿੱਥੇ ਆਉਣਾ ਜਾਣਾ ਨਹੀਂ ਹੁੰਦਾ। ਫਿਰ ਕਹਿਣ ਲੱਗੇ ਜੀ ਇਹ ਤੁਹਾਡੇ ਸੰਬੰਧੀ ਨੇ, ਪਰਿਵਾਰ ਹੈ, ਇਹਨਾਂ ਵਿੱਚ ਰਹੋ। ਪਾਤਸ਼ਾਹ ਕਹਿੰਦੇ ਸਾਡਾ ਤਾਂ ਪਰਿਵਾਰ ਵੀ ਸਾਡੇ ਨਾਲ ਅੱਠੇ ਪੈਰ ਰਹਿੰਦਾ ਹੈ। ਇਹ ਬਚਨ ਵਿਲਾਸ ਹੋ ਰਹੇ ਨੇ। ਫਿਰ ਕਹਿੰਦੇ ਜੀ ਚਲੋ ਘਰ ਨਹੀਂ ਚੱਲਣਾ ਤੇ ਰਾਏ ਬੁਲਾਰ ਕੋਲ ਚੱਲ ਕੇ ਉਹਨੂੰ ਦਰਸ਼ਨ ਦਿਓ। ਇਹ ਸੁਣ ਕੇ ਮਹਾਰਾਜ ਜੀ ਉੱਠ ਕੇ ਚੱਲ ਪਏ ਨੇ। ਰਾਏ ਬੁਲਾਰ ਨੂੰ ਚੱਲ ਕੇ ਦਇਆਨੰਦ ਸੁਆਮੀ ਦਰਸ਼ਨ ਦੇ ਰਹੇ ਨੇ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੀਏ। ਇਹ ਸਰਵਣ ਦਰਸ਼ਨ ਨੇ ਗੁਰੂ ਖਾਲਸਾ ਜੀ। 4 ਪ੍ਰਕਾਰ ਦੇ ਦਰਸ਼ਨ ਹੁੰਦੇ ਹੈ। ਇੱਕ ਹੁੰਦਾ ਚਿੱਤਰ ਦਰਸ਼ਨ, ਤਸਵੀਰ ਵਿੱਚੋਂ ਦਰਸ਼ਨ ਕਰਨੇ। ਦੂਸਰਾ ਹੁੰਦਾ ਸੁਪਨ ਦਰਸ਼ਨ, ਸੁਪਨੇ ਵਿੱਚ ਦਰਸ਼ਨ ਕਰਨੇ। ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ, ਸੁਪਨੇ ਵਿੱਚ ਤੁਸੀਂ ਮਿਲਿਆ ਸਾਨੂੰ, ਅਸਾਂ ਧਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਈ ਗੁਰਦਾਸ ਜੀ ਲਿਖਦੇ ਆ, ਸੁਪਨ ਚਰਿੱਤਰ ਚਿੱਤਰ
ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ, ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਇਹ ਸੁਪਨ ਦਰਸ਼ਨ ਹਨ। ਤੀਸਰੇ ਦਰਸ਼ਨ ਨੇ ਪ੍ਰਤੱਖ ਦਰਸ਼ਨ, ਸਾਹਮਣੇ ਮਹਾਰਾਜ ਜੀ ਦੇ ਦੀਦਾਰ ਕਰਨੇ। ਤੇ ਚੌਥੇ ਦਰਸ਼ਨ ਨੇ ਸਰਵਣ ਦਰਸ਼ਨ, ਸੁਣ ਕੇ ਸਾਹਿਬਾਂ ਦੀ ਮਹਿਮਾ, ਗੁਰਦੇਵ ਦੀ ਉਪਮਾ ਸੁਣਨੀ, ਕਥਾ ਸੁਣਨੀ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਰਵਣ ਦਰਸ਼ਨ ਹਨ। ਮਾਂ ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਦਾ ਇਹ ਵੱਡਾ ਪਰਉਪਕਾਰ ਹੈ। ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਦਸਾਂ ਪਾਤਸ਼ਾਹੀਆਂ ਦੇ ਸਰਵਣ ਦਰਸ਼ਨ ਕਰਾਉਂਦੇ ਹਨ। ਆਓ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਰਵਣ ਦਰਸ਼ਨ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਨਾਨਕ ਕੇ ਨਾਮ ਕੀ, ਲਿਵ ਮਨ ਦਰਸ ਪਿਆਸ। ਰਾਏ ਬੁਲਾਰ ਦੇ ਮਨ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਲਿਵ ਲੱਗੀ ਹੈ ਤੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਹੈ। ਰਿਦੇ ਉਡੀਕ ਸਦੀਵਈ, ਕਬ ਆਵੇਂ ਮਮ ਪਾਸ। ਹਿਰਦੇ ਵਿੱਚ ਰੋਜ਼ ਉਡੀਕ ਕਰਦੇ ਸਨ ਭਾਈ ਰਾਏ ਬੁਲਾਰ ਜੀ ਕਿ ਜਗਤਨਾਥ ਸਤਿਗੁਰੂ, ਕਮਲ ਨੈਣ ਸਤਿਗੁਰੂ, ਮੇਰੇ ਸੁਆਮੀ, ਮੇਰੇ ਮਾਲਕ ਜੀ ਕਦੋਂ ਆਉਣਗੇ, ਕਦੋਂ ਆ ਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰਨਗੇ। ਚੌਪਈ ਇਕ ਨਰ ਦੂਰ ਕਈ ਸੁਧ ਤਾਂ ਕੋ। ਰਾਏ ਬੁਲਾਰ ਨੂੰ ਇੱਕ ਸੇਵਕ ਨੇ ਜਾ ਕੇ ਭੱਜ ਕੇ ਖਬਰ ਦਿੱਤੀ, ਆਵਤ ਨਾਨਕ ਚਾਹਤ ਜਾਂ ਕੋ। ਆਖਿਆ ਰਾਏ ਜੀ, ਜਿਨ੍ਹਾਂ ਦੇ ਦਰਸ਼ਨਾਂ ਦੀ ਚਾਹਨਾ ਤੁਸੀਂ ਰਾਤ ਦਿਨ ਆਪਣੇ ਹਿਰਦੇ 'ਚ ਰੱਖਦੇ ਹੋ, ਐਸੇ ਜਗਤਨਾਥ ਧੰਨ ਗੁਰੂ ਨਾਨਕ ਸਾਹਿਬ ਜੀ ਆ ਰਹੇ ਹਨ। ਸੁਨ ਕਰ ਗਿਰਾ ਵਿਸਾਲ ਹੁਲਾਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਸੁਣ ਕੇ ਰਾਏ ਬੁਲਾਰ ਨੂੰ ਚਾਅ ਚੜ ਗਿਆ, ਹਿਰਦਾ ਖੇੜੇ ਤੇ ਖੁਸ਼ੀ ਨਾਲ ਭਰ ਗਿਆ। ਮਨੋ ਮਿਲਿਓ ਜਲ ਬਿਕੁਲ ਪਿਆਸੇ। ਮਾਨੋ ਜਿਵੇਂ ਕਈ ਦਿਨਾਂ ਦੇ ਬੇਬਲ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ, ਇਉਂ ਖੁਸ਼ੀ ਹੋਈ ਰਾਏ ਬੁਲਾਰ ਦੇ ਮਨ ਨੂੰ। ਆਵਤ ਦੇਖ ਦੂਰ ਰਵ ਦਿਆਲਾ। ਕਹਿੰਦੇ ਦੂਰੋਂ ਹੀ ਸਤਿਗੁਰੂ ਜੀ ਰੂਪੀ ਸੂਰਜ ਨੂੰ, ਦਿਆਲੂ ਸਾਹਿਬ ਨੂੰ ਵੇਖ ਕੇ ਬਦਨ ਕਮਲ ਸਾਖੀਰਾ ਵਿਸਾਲਾ। ਰਾਏ ਬੁਲਾਰ ਜੀ ਦਾ ਕਮਲ ਵਰਗਾ ਮੁਖੜਾ ਖਿੜ ਗਿਆ। ਗੁਰੂ ਨਾਨਕ ਸਾਹਿਬ ਰੂਪੀ ਸੂਰਜ ਨੂੰ ਵੇਖਦਿਆਂ ਸਾਰ ਰਾਏ ਬੁਲਾਰ ਦਾ ਕਮਲ ਸਰੀਖਾ ਮੁਖੜਾ ਖਿੜ ਗਿਆ। ਚੰਦਰ ਬਦਨ ਪ੍ਰੀਤਮ ਕੋ ਹੀਰਾ। ਆਪਣੇ ਪਿਆਰੇ ਪ੍ਰੀਤਮ ਰੂਪੀ ਚੰਦਰਮਾ ਦੇ ਦਰਸ਼ਨ ਰਾਏ ਬੁਲਾਰ ਨੇ ਕੀਤੇ। ਚੱਕ ਚਕੋਰ ਪਾ ਆਨੰਦ ਕਨੇਰਾ। ਚੰਦਰਮਾ ਜੈਸੇ ਮੁਖ ਮੰਡਲ ਨੂੰ ਗੁਰੂ ਨਾਨਕ ਸਾਹਿਬ ਦੇ ਨੂੰ ਵੇਖ ਕੇ ਰਾਏ ਬੁਲਾਰ ਜੀ ਨੇ ਆਪਣੇ ਨੇਤਰਾਂ ਨੂੰ ਚਕੋਰ ਬਣਾ ਲਿਆ ਹੈ। ਤੇ ਜਿਵੇਂ ਚਕੋਰ ਚੰਨ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਇਉਂ ਸਤਿਗੁਰਾਂ ਦੇ ਦਰਸ਼ਨ ਕਰਕੇ ਰਾਏ ਬੁਲਾਰ ਜੀ ਦੇ ਨੇਤਰ ਖਿੜ ਗਏ। ਬਿਨ ਬਲ ਬਪੁਕ ਬਿਰਦ ਵੱਡ ਬੈਸਾ। ਰਾਏ ਬੁਲਾਰ ਜੀ ਬਿਰਧ ਹੋ ਚੁੱਕੇ ਸਨ, ਸਰੀਰ ਬਿਰਧ ਅਵਸਥਾ ਵਿੱਚ ਹੈ ਔਰ ਬੁਢੇਪਾ ਹੋਣ ਕਾਰਨ ਸਰੀਰ ਦੇ ਵਿੱਚ ਉਹ ਬਲ ਨਹੀਂ ਹੈ। ਉਤੋਂ ਮੰਚ ਪਰ ਤੈ ਛਿਨ ਬੈਸਾ। ਜਦੋਂ ਸਤਿਗੁਰੂ ਜੀ ਆ ਰਹੇ ਸਨ, ਰਾਏ ਬੁਲਾਰ ਜੀ ਉਸ ਵੇਲੇ ਆਪਣੇ ਪਲੰਘੇ ਤੇ ਬੈਠੇ ਹੋਏ ਸੀ। ਉੱਠਣ ਲੱਗਿਓ ਪਗ ਤਰਨੀ ਤਰੇ। ਉੱਠਣ ਲੱਗੇ ਰਾਏ ਬੁਲਾਰ ਜੀ ਤੇ ਆਪਣੇ ਪੈਰ ਥੱਲੇ ਜ਼ਮੀਨ ਤੇ ਰੱਖੇ ਹੀ ਸਨ ਉੱਠਣ ਵਾਸਤੇ। ਸ੍ਰੀ ਗੁਰ ਜਾਏ ਨਿਵਾਰਨ ਕਰੇ। ਸਤਿਗੁਰੂ ਜੀ ਐਨ ਮੌਕੇ ਤੇ ਕੋਲ ਆ ਗਏ ਤੇ ਰਾਏ ਬੁਲਾਰ ਨੂੰ ਉੱਠਣ ਤੋਂ ਰੋਕਿਆ ਸਤਿਗੁਰਾਂ ਨੇ। ਰਾਏ ਬੁਲਾਰ ਜੀ ਪਲੰਘੇ ਤੇ ਬੈਠੇ ਸਨ, ਥੱਲੇ ਲੱਤਾਂ ਲਾ ਹੀ ਰਹੇ ਸੀ ਤੇ ਚਰਨ ਹਾਲੇ ਜ਼ਮੀਨ ਤੇ ਲਾਉਣੇ ਸੀ ਰਾਏ ਬੁਲਾਰ ਜੀ ਨੇ ਕਿ ਸਤਿਗੁਰੂ ਜੀ ਨੇ ਕੋਲ ਜਾ ਕੇ ਰਾਏ ਬੁਲਾਰ ਜੀ ਨੂੰ ਰੋਕ ਲਿਆ। ਦੋਹਰਾ ਪ੍ਰੇਮ ਸੰਗ ਗਦ ਗਦ ਗੇਰਾ। ਨੈਣ ਆਨੰਦ ਕੋ ਨੀਰ। ਸਤਿਗੁਰੂ ਜੀ ਦੇ ਪਰਮ ਪ੍ਰੇਮ ਦੇ ਵਿੱਚ ਰਾਏ ਬੁਲਾਰ ਜੀ ਦਾ ਗਲਾ ਗਦ ਗਦ ਹੋ ਰਿਹਾ ਹੈ।
ਕੰਠ ਰੁਕ ਗਿਆ ਹੈ, ਨੇਤਰਾਂ ਵਿੱਚੋਂ ਨੀਰ ਵਹਿਣ ਲੱਗ ਪਿਆ ਹੈ। ਨੇਤਰ ਸਜਲ ਹੋ ਗਏ ਹਨ, ਹਿਰਦੇ ਦਾ ਆਨੰਦ ਨੇਤਰਾਂ ਦੁਆਰਾ ਪ੍ਰਗਟ ਹੋ ਕੇ ਬਾਹਰ ਆ ਰਿਹਾ ਹੈ। ਮਾਨੋ ਗਿਆਨ ਸਨੇਹ ਦੋ, ਧਰ ਕੇ ਮਿਲੇ ਸਰੀਰ। ਗਰੀਬ ਨਵਾਜ ਸਾਹਿਬ ਤੇ ਰਾਏ ਬੁਲਾਰ ਜੀ ਇਉਂ ਆਪਸ ਵਿੱਚ ਮਿਲ ਰਹੇ ਨੇ। ਕਹਿੰਦੇ ਮਾਨੋ ਇੱਕ ਪਾਸੇ ਗਿਆਨ ਨੇ ਸਰੀਰ ਧਾਰਿਆ ਤੇ ਦੂਜੇ ਪਾਸੇ ਪ੍ਰੇਮ ਨੇ ਸਰੀਰ ਧਾਰਿਆ। ਗਿਆਨ ਤੇ ਪ੍ਰੇਮ, ਗਿਆਨ ਰੂਪ ਗੁਰੂ ਨਾਨਕ ਸਾਹਿਬ ਨੇ ਤੇ ਪ੍ਰੇਮ ਰੂਪ ਰਾਏ ਬੁਲਾਰ ਜੀ ਨੇ, ਤੇ ਪ੍ਰੇਮ ਤੇ ਗਿਆਨ ਦੋਵੇਂ ਆਪਸ ਵਿੱਚ ਮਿਲ ਰਹੇ ਨੇ। ਇਉਂ ਜਾਪਦਾ ਚੋਪਈ ਪਇਓ ਨਿਮਗਨ ਪ੍ਰੇਮ ਅਸਗਾਹੂ। ਸਤਿਗੁਰੂ ਜੀ ਦੇ ਪਰਮ ਪ੍ਰੇਮ ਦੇ ਵਿੱਚ ਰਾਏ ਬੁਲਾਰ ਜੀ ਨਿਮਗਨ ਹੋ ਗਏ ਹਨ। ਇਤਨਾ ਪ੍ਰੇਮ ਹੈ ਕਿ ਉਹ ਪ੍ਰੇਮ ਵੀ ਅਸਗਾਹ ਹੈ। ਪੈਰਨ ਪਾਰ ਨ ਪਾਵੇਂ ਬਾਹੂ। ਕਹਿੰਦੇ ਬਾਹਾਂ ਨਾਲ ਤਰ ਕੇ ਉਹਦੇ ਤੋਂ ਪਾਰ ਨਹੀਂ ਹੋਇਆ ਜਾਂਦਾ। ਇੰਨਾ ਪ੍ਰੇਮ ਹੈ ਜਿਸ ਪ੍ਰੇਮ ਦੇ ਸਮੁੰਦਰ ਵਿੱਚ ਰਾਏ ਬੁਲਾਰ ਜੀ ਹਨ। ਲੋਚਨ ਤੇ ਮੋਚਤ ਜਲ ਤਾਰਾ। ਅੱਖਾਂ ਤੋਂ ਆਪਣੇ ਨੇਤਰਾਂ ਤੋਂ ਜਲ ਦੀਆਂ ਧਾਰਾਵਾਂ ਵਹਾ ਰਹੇ ਨੇ ਰਾਏ ਬੁਲਾਰ ਜੀ। ਨੇਤਰਾਂ ਵਿੱਚੋਂ ਨੀਰ ਦੀ ਫੁਹਾਰ ਵਹਿ ਰਹੀ ਹੈ। ਪੁਲਕਤ ਦੇਹ ਨ ਬੋਲੇ ਉਚਾਰਾ। ਸਰੀਰ ਦਾ ਰੋਮ ਰੋਮ ਖਿੜਿਆ ਹੋਇਆ, ਪੁਲਕਿਆ ਹੋਇਆ ਹੈ। ਮੁਖ ਤੋਂ ਬੋਲ ਨਹੀਂ ਹੋ ਰਿਹਾ। ਰਾਏ ਬੁਲਾਰ ਜੀ ਦਾ ਕੰਠ ਰੁਕਿਆ ਹੋਇਆ ਹੈ। ਕਿਤਕ ਬਾਰ ਪਰ ਕਰ ਨਿਜ ਅੰਕਾ। ਕਈ ਵਾਰ ਘੁੱਟ ਘੁੱਟ ਕੇ ਗੁਰੂ ਨਾਨਕ ਸਾਹਿਬ ਨੂੰ ਗੱਲ ਵਕੜੀ ਚ ਲਿਆ ਰਾਏ ਬੁਲਾਰ ਨੇ। ਛੱਡਦਾ ਮਹਾਰਾਜ ਜੀ ਦੇ ਦਰਸ਼ਨ ਕਰਦਾ, ਚਿਹਰਾ ਵੇਖਦਾ, ਮੁੜ ਕੇ ਫੇਰ ਗੱਲ ਵਕੜੀ ਚ ਲੈ ਲੈਂਦਾ। ਫਿਰ ਛੱਡਦਾ, ਮਹਾਰਾਜ ਜੀ ਦੇ ਮੁਖ ਨੂੰ ਵੇਖਦਾ, ਮਨ ਚ ਫਿਰ ਪ੍ਰੇਮ ਆਉਂਦਾ, ਫਿਰ ਘੁੱਟ ਕੇ ਗੱਲ ਵਕੜੀ ਚ ਲੈ ਲੈਂਦਾ। ਬਾਰ-ਬਾਰ ਮਹਾਰਾਜ ਜੀ ਨੂੰ ਆਪਣੀ ਗੱਲ ਵਕੜੀ ਚ ਲੈ ਕੇ ਰਾਏ ਬੁਲਾਰ ਜੀ ਮਿਲਦੇ ਹਨ। ਬੋਰੋ ਛੋਰੇ ਬਦਨ ਮੇ ਅੰਕਾ। ਨੇਤਰਾਂ ਦੇ ਵਿੱਚੋਂ ਜਲ ਵਹੀ ਜਾਂਦਾ। ਮਹਾਰਾਜ ਜੀ ਦੇ ਬਸਤਰ ਭਿੱਜ ਗਏ ਨੇ ਨੇਤਰਾਂ ਦੇ ਜਲ ਨਾਲ। ਕੁਝ ਸਮੇਂ ਬਾਅਦ ਆਪਣੇ ਪ੍ਰੇਮ ਦਾ ਪ੍ਰਗਟਾਵਾ ਕਰਕੇ ਰਾਏ ਜੀ ਨੇ ਆਪਣੇ ਆਪ ਨੂੰ ਰੋਕਿਆ ਔਰ ਸਤਿਗੁਰੂ ਜੀ ਨੂੰ ਆਪਣੀ ਅੰਕ ਵਿੱਚੋਂ ਗੱਲ ਵਕੜੀ ਚੋਂ ਛੱਡਿਆ। ਪਗ ਪਰ ਸ਼੍ਰੀ ਗੁਰ ਯੁਗ ਕਰ ਰਾਖੇ। ਰਾਏ ਬੁਲਾਰ ਜੀ ਵੱਡੇ ਸਨ, ਬਜ਼ੁਰਗ ਨੇ, ਨਗਰ ਦੇ ਬੜੇ ਮੁਖੀ ਨੇ, ਬੜੇ ਪਿਆਰੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਉਸ ਸੰਸਾਰੀ ਸਨਮਾਨ ਵਜੋਂ ਕਿ ਵੱਡੇ ਨੇ, ਪਿਤਾ ਜੀ ਤੋਂ ਵੀ ਵੱਡੇ ਨੇ, ਇਸ ਕਰਕੇ ਮਹਾਰਾਜ ਜੀ ਨੇ ਆਪਣੇ ਹੱਥ ਰਾਏ ਬੁਲਾਰ ਜੀ ਦੇ ਚਰਨਾਂ ਤੇ ਰੱਖੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਾਏ ਬੁਲਾਰ ਦੇ ਚਰਨ ਸਪਰਸ਼ ਕੀਤੇ। ਔਗਨ ਜਾਨ ਬਦਨ ਬਚ ਪਾਕੇ। ਰਾਏ ਬੁਲਾਰ ਇੱਕਦਮ ਕੰਬ ਗਿਆ। ਜਦੋਂ ਮਹਾਰਾਜ ਜੀ ਨੇ ਚਰਨਾਂ ਨੂੰ ਹੱਥ ਲਾਇਆ ਨਾ, ਇੱਕਦਮ ਡਰ ਗਿਆ। ਉਹਨੇ ਵੇਖਿਆ ਵੀ ਇਹ ਤਾਂ ਬੜਾ ਵੱਡਾ ਗੁਨਾਹ ਹੋ ਗਿਆ। ਬਿਰਧ ਸੀ ਨਾ, ਇੰਨਾ ਸਰੀਰ 'ਚ ਬਲ ਨਹੀਂ ਸੀ ਵੀ ਕਾਹਲੀ ਨਾਲ ਰੋਕ ਸਕਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਵੇਖ ਕੇ ਕਹਿਰ ਕਰਿਓ ਸ਼੍ਰੀ ਨਾਨਕ ਤੋਹੀ। ਇਹ ਗੁਰੂ ਨਾਨਕ ਸਾਹਿਬ ਇਹ ਤਾਂ ਕਹਿਰ ਕਰ ਦਿੱਤਾ ਤੁਸੀਂ। ਇਹ ਬੋਲਿਆ ਰਾਏ ਬੁਲਾਰ, ਮਹਾਰਾਜ ਇਹ ਤਾਂ ਕਹਿਰ ਕਰ ਦਿੱਤਾ ਹੈ। ਜੀਵਤ ਮਿਰਤਕ ਕੀਨੋ ਮੋਹੀ। ਮਹਾਰਾਜ ਮੈਨੂੰ ਜਿਉਂਦੇ ਨੂੰ ਮਾਰ ਦਿੱਤਾ ਹੈ ਆਪ ਜੀ ਨੇ। ਰਾਏ ਬੁਲਾਰ ਇਉਂ ਬੋਲਿਆ, ਮਹਾਰਾਜ ਆਪ ਜੀ ਨੇ ਵੱਡਾ ਕਹਿਰ ਕਰ ਦਿੱਤਾ, ਮੈਨੂੰ ਜਿਉਂਦੇ ਨੂੰ ਮਾਰ ਦਿੱਤਾ ਹੈ ਆਪ ਜੀ ਨੇ। ਬੰਦਨ ਪੂਜਨ ਤੁਮੇ ਬੁਲਾਇਓ। ਮੈਂ ਤਾਂ ਤੁਹਾਨੂੰ ਬੁਲਾਇਆ ਸੀ ਵੀ ਤੁਹਾਡੇ ਚਰਨ ਪੂਜਣੇ ਐ। ਮੈਂ ਤੁਹਾਡੇ ਚਰਨਾਂ ਤੇ ਬੰਦਨਾ ਕਰਨੀਆਂ, ਤੁਹਾਨੂੰ ਨਮਸਕਾਰ ਕਰਨੀ ਹੈ। ਮਮ ਮਨ ਦਰਸ਼ਨ ਕੋ ਲਲਚਾਇਓ। ਮੇਰਾ ਮਨ ਤੁਹਾਡੇ ਦਰਸ਼ਨਾਂ ਨੂੰ ਲਲਚਾ ਰਿਹਾ ਸੀ, ਤੁਹਾਡੇ ਦਰਸ਼ਨਾਂ ਵਾਸਤੇ ਲਾਲਸਾ ਕਰ ਰਿਹਾ ਸੀ। ਪਗ ਪਰ ਧਰ ਕਰ ਮੁਝ ਦੁੱਖ ਦੀਨੋ। ਪਰ ਤੁਸੀਂ ਉਲਟਾ ਆ ਕੇ ਮੇਰੇ ਪੈਰਾਂ ਤੇ ਹੱਥ ਲਾ ਕੇ ਮਹਾਰਾਜ ਜੀ ਮੈਨੂੰ ਐਡਾ ਵੱਡਾ ਦੁੱਖ ਦੇ ਦਿੱਤਾ। ਮੇਰਾ ਹਿਰਦਾ ਦੁਖੀ ਹੋ ਗਿਆ ਇਹ ਵੇਖ ਕੇ। ਵੱਡ ਵਿਪਰੀਤ ਬਾਤ ਇਹ ਕੀਨੋ। ਇਹ ਮੇਰੇ ਸੁਆਮੀ, ਇਹ ਤੁਸੀਂ ਬੜਾ ਉਲਟ ਕੰਮ ਕਰ ਦਿੱਤਾ ਹੈ, ਇਹ ਬੜਾ ਵਿਪਰੀਤ ਹੋ ਗਿਆ ਹੈ। ਕਹਿ ਬਿਦ ਔਗਨ ਇਹ ਉਤਾਰੋ। ਇਹ ਔਗਣ ਮੈਂ ਆਪਣੇ ਸਿਰੋਂ ਕਿਵੇਂ ਲਾਵਾਂਗਾ?
ਇਹ ਵੱਡਾ ਪਾਪ ਮੇਰੇ ਸਿਰ ਤੇ ਲੱਗ ਗਿਆ ਮਹਾਰਾਜ, ਇਹ ਮੈਂ ਕਿਵੇਂ ਉਤਾਰਾਂਗਾ। ਕੋ ਉਪਚਾਰ ਨ ਹਿਰਦੇ ਵਿਚਾਰੋ। ਮਹਾਰਾਜ ਮੈਨੂੰ ਕੋਈ ਉਪਚਾਰ ਨਜ਼ਰ ਨਹੀਂ ਆਉਂਦਾ। ਐਡਾ ਵੱਡਾ ਦੀਨ ਦੁਨੀਆ ਦਾ ਮਾਲਕ ਜਗਤ ਸੁਆਮੀ ਮੇਰੇ ਨਿੱਕੇ ਜੇ ਨਿਮਾਣੇ ਜੇ ਜੀਵ ਦੇ ਪੈਰਾਂ ਨੂੰ ਹੱਥ ਲਾਵੇ, ਇਹ ਬੜਾ ਵੱਡਾ ਗੁਨਾਹ ਹੈ, ਪਾਪ ਹੈ, ਮੈਂ ਆਪਣੇ ਸਿਰੋਂ ਕਿਵੇਂ ਲਾਵਾਂ। ਦੋਹਰਾ ਸ਼੍ਰੀ ਨਾਨਕ ਕਹੇ ਵੱਡੇ ਤੁਮ ਪ੍ਰੇਮੀ ਬੌਰ ਖੁਦਾਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਾਏ ਜੀ ਤੁਸੀਂ ਵੱਡੇ ਹੋ, ਤੁਸੀਂ ਵੱਡੇ ਹੋ, ਫਿਰ ਸਾਡੇ ਪ੍ਰੇਮੀ ਹੋ, ਫਿਰ ਤੁਸੀਂ ਖੁਦਾ ਦੇ ਪਿਆਰੇ ਹੋ। ਅਸੀਂ ਇਹ ਪ੍ਰਣਾਮ ਕਿਸੇ ਰਾਜੇ ਨੂੰ ਨਹੀਂ ਕੀਤੀ, ਅਸੀਂ ਇਹ ਪ੍ਰਣਾਮ ਕੀਤੀ ਹੈ ਖੁਦਾ ਦੇ ਪਿਆਰਿਆਂ ਨੂੰ, ਰੱਬ ਦੇ ਪਿਆਰਿਆਂ ਨੂੰ। ਹਾਂਜੀ। ਪ੍ਰਿਤਨ ਸਮ ਜਾਨੋ ਹਮੇ ਬੰਧਨ ਹੀ ਬਨ ਆਏ। ਮਹਾਰਾਜ ਜੀ ਕਹਿੰਦੇ ਰਾਏ ਜੀ ਤੁਸੀਂ ਰੱਬ ਦੇ ਪਿਆਰੇ ਹੋ, ਖੁਦਾ ਦੇ ਪ੍ਰੇਮੀ ਹੋ, ਤੇ ਅਸੀਂ ਖੁਦਾ ਦੇ ਪ੍ਰੇਮੀਆਂ ਦੇ ਸੇਵਕ ਹਾਂ, ਖੁਦਾ ਦੇ ਪ੍ਰੇਮੀਆਂ ਦੇ ਸੇਵਕ ਹਾਂ, ਸਾਨੂੰ ਤੁਸੀਂ ਸੇਵਕ ਸਮਝਾਣੋ। ਜੋ ਪਈ ਭਗਤਨ ਕੋ ਨਿਜ ਤੇ ਅਧਿਕਾਈ। ਅੱਗੋਂ ਰਾਏ ਬੁਲਾਰ ਨੇ ਹੱਥ ਜੋੜੇ ਤੇ ਆਖਿਆ ਮਹਾਰਾਜ ਇਹੀ ਤਾਂ ਤੁਹਾਡੀ ਵਡਿਆਈ ਹੈ, ਤੁਸੀਂ ਆਪਣੇ ਭਗਤਾਂ ਨੂੰ ਆਪਣੇ ਤੋਂ ਵੱਧ ਵਡਿਆਈ ਬਖਸ਼ਦੇ ਹੋ, ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਆਪਣੇ ਤੋਂ ਅਧਿਕ ਵਡਾਈ ਦਿੰਦੇ ਹੋ। ਪੰਜਵੇਂ ਜਾਮੇ 'ਚ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਤਾ ਗੰਗਾ ਜੀ ਬੇਨਤੀ ਕਰਦੇ, ਹੇ ਮੇਰੇ ਸਿਰ ਦੇ ਸਾਈਂ ਅਨੇਕਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਹੋ ਤੇ ਮੈਨੂੰ ਵੀ ਕਿਰਪਾ ਕਰਕੇ ਵਰ ਦਿਓ, ਮੇਰੇ ਗ੍ਰਹਿ ਵਿਖੇ ਵੀ ਪੁੱਤਰ ਦੀ ਮੈਨੂੰ ਪ੍ਰਾਪਤੀ ਹੋਵੇ। ਤੇ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਗੰਗਾ ਜੀ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਪਾਸ ਜਾ ਕੇ ਵਰ ਮੰਗੋ। ਕੀ ਮਹਾਰਾਜ ਪੰਜਵੇਂ ਪਾਤਸ਼ਾਹ ਆਪ ਵਰ ਨਹੀਂ ਦੇ ਸਕਦੇ? ਮੇਰੇ ਸਾਹਿਬ ਦਾ ਬਿਰਦਾ ਆਪਣੇ ਸੇਵਕਾਂ ਨੂੰ ਵਡਿਆਈ ਦੇਣੀ, ਆਪਣੇ ਸੇਵਕਾਂ ਨੂੰ ਮਾਣ ਦੇਣਾ। ਰਾਏ ਬੁਲਾਰ ਜੀ ਕਹਿ ਰਹੇ ਨੇ ਮਹਾਰਾਜ ਇਹ ਤਾਂ ਤੁਹਾਡੀ ਵੱਡੀ ਵਡਿਆਈ ਹੈ, ਤੁਸੀਂ ਆਪਣੇ ਸੇਵਕਾਂ ਨੂੰ ਵਡਿਆਈ, ਆਪਣੇ ਦਾਸਾਂ ਨੂੰ ਵਡਿਆਈ ਦਿੰਦੇ ਹੋ। ਤੀਤ ਦਾਸ ਕੋ ਵੱਡ ਵਡਿਆਈ, ਆਪਣੇ ਸੇਵਕਾਂ ਨੂੰ ਵੀ ਆਪਣੇ ਤੋਂ ਵੱਧ ਵਡਿਆਈ ਤੁਸੀਂ ਬਖਸ਼ਦੇ ਹੋ। ਜਾਣਤ ਹੈ ਜਗ ਨਹੀਂ ਨਾ ਰੀਤੀ, ਇਹ ਮਰਿਆਦਾ ਸਾਰਾ ਜਗ ਜਾਣਦਾ, ਕੋਈ ਨਵੀਂ ਰੀਤ ਨਹੀਂ। ਆਏ ਸਨਾਤਨ ਸਭ ਯੁਗ ਕੀਤੀ, ਇਹ ਬੜੀ ਪੁਰਾਣੀ ਸਨਾਤਨ ਮਰਿਆਦਾ ਚਲਦੀ ਆ ਰਹੀ ਹੈ ਸੰਸਾਰ ਵਿੱਚ ਤੁਹਾਡੀ। ਪਾਂਡਵ ਤੋ ਯੁਧਿਸ਼ਟਰ ਰਾਉ, ਮਹਾਰਾਜ ਦੁਆਪਰ ਯੁੱਗ ਦੇ ਵਿੱਚ ਪਾਂਡਵ ਸੀ, ਉਹਨਾਂ ਦਾ ਰਾਜਾ ਸੀ ਯੁਧਿਸ਼ਟਰ। ਕ੍ਰਿਸ਼ਨ ਕੀਏ ਬਸ ਭਗਤ ਪ੍ਰਭਾਉ, ਉਹਨਾਂ ਆਪਣੀ ਭਗਤੀ ਦੇ ਪ੍ਰਭਾਵ ਨਾਲ ਭਗਵਾਨ ਕ੍ਰਿਸ਼ਨ ਜੀ ਨੂੰ ਆਪਣੇ ਵਸ ਕਰ ਰੱਖਿਆ ਸੀ। ਆਇਸ ਮਾਨ ਕਰੇ ਪਦ ਬੰਧਨ, ਉਹ ਵੀ ਆਇਸ ਮੰਨ ਕੇ ਭਗਵਾਨ ਕ੍ਰਿਸ਼ਨ ਜੀ ਸਗੋਂ ਇਹਨਾਂ ਨੂੰ ਨਮਸਕਾਰ ਕਰਦੇ। ਰਹੇ ਦਾਸ ਜਿਉ ਦੋਖ ਨਿਕੰਦਨ, ਕਹਿੰਦੇ ਕ੍ਰਿਸ਼ਨ ਜੀ ਦਾਸ ਬਣ ਕੇ ਰਹੇ, ਸਾਰਥੀ ਬਣ ਕੇ ਅਰਜਨ ਦਾ ਰੱਥ ਹੱਕਦੇ। ਕਹਿੰਦੇ ਦਾਸ ਬਣ ਕੇ ਆਪਣੇ ਸੇਵਕਾਂ ਨੂੰ ਆਪਣੇ ਤੋਂ ਵੱਧ ਵਡਿਆਈ ਦਿੱਤੀ। ਸਦਾ ਅਧੀਨ ਭਗਤ ਕਰਤਾਰਾ, ਏ ਬਿਦ ਹਿਰਦੈ ਬਿਰਦ ਮੋਰਾਰਾ। ਮਹਾਰਾਜ ਜੀ ਤੁਸੀਂ ਸਦਾ ਆਪਣੀ ਭਗਤੀ ਕਰਨ ਵਾਲਿਆਂ ਦੇ ਅਧੀਨ ਹੋ, ਔਰ ਮਹਾਰਾਜ ਇਸ ਤਰ੍ਹਾਂ ਦਾ ਇਹ ਬਿਰਦ ਤੁਹਾਡਾ ਬੜਾ ਪਰਮ ਪੁਰਾਤਨ ਹੈ। ਬਸੀ ਬਿਸਵ ਜਿਸ ਬਿਸ਼ਨ ਵਿਆਪੋ, ਕਹਿੰਦੇ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਸਾਰਿਆਂ ਵਿੱਚ ਵਿਆਪਕ ਹੈ ਔਰ ਸਾਰੀ ਦੁਨੀਆ ਜਿਸ ਦੇ ਵਸ ਹੈ, ਸੋ ਬਸ ਤਿਨ ਕੇ ਭਗਤ ਪ੍ਰਤਾਪੋ। ਉਹ ਪ੍ਰਮਾਤਮਾ, ਉਹ ਪਰਮੇਸ਼ਰ ਆਪਣੇ ਭਗਤਾਂ ਦੇ ਵਸ ਹੈ। ਕਹਿੰਦੇ ਜਿਹਦੇ ਵਾਸਤੇ ਸਾਰਾ ਸੰਸਾਰ ਹੈ, ਸਾਰੀ ਦੁਨੀਆ ਹੈ, ਉਹ ਆਪਣੇ ਭਗਤਾਂ ਦੇ ਵਸ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਮਹਾਰਾਜ ਤੁਸੀਂ ਆਪਣੇ ਭਗਤਾਂ ਦੇ ਵਸ ਹੋ। ਦੋਹਰਾ ਬਿਨੈ ਬਖਾਨਤ ਦੀਨ ਮਨ,
ਹਾਥ ਬੰਦ ਕਰ ਰਾਓ। ਹੱਥ ਬੰਨ ਕੇ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਕਹਿੰਦੇ ਹਨ, ਜਗਤ ਜੋਨ ਜਲ ਜਾਨਨੰ ਜਲ ਜੰਗਰੀ ਜਜਵਾਓ। ਮਾਂ ਕਵੀ ਜੀ ਦੀ ਕਵਿਤਾ ਵੇਖੋ, ਇੱਥੇ ਜੱਜਾ ਅੱਖਰ ਹੀ ਚੱਲ ਰਿਹਾ। ਜਗਤ ਜੋਨ ਜਲ ਜਾਨਨੰ ਜਲ ਜੰਗਰੀ ਜਜਵਾਓ। ਜੱਜਾ ਅੱਖਰ ਹੀ ਚੱਲਦਾ, ਸਾਰੇ ਅੱਖਰ ਸਿੰਘਾ ਅਵਲੋਕਨ ਨਿਆਏ ਹੈ। ਕਹਿੰਦੇ ਹੈ ਸਾਰੇ ਜਗਤ ਦੀ ਜੋਨ, ਭਾਵ ਸਾਰਾ ਸੰਸਾਰ ਤੁਹਾਡੇ ਤੋਂ ਪੈਦਾ ਹੋਇਆ। ਜਗਤ ਜੋਨ ਜਲ ਜਾਨਨੰ। ਮਹਾਰਾਜ ਗਰੀਬ ਨਵਾਜ ਆਪ ਜੀ ਦੇ ਜਿਹੜੇ ਪਵਿੱਤਰ ਚਰਨ ਕਮਲ ਹਨ, ਜਿਹੜੇ ਜਲ ਤੋਂ ਪੈਦਾ ਹੋਏ ਨੇ, ਜਲ ਤੋਂ ਪੈਦਾ ਹੋਏ, ਕਮਲ ਫੁੱਲ ਦੇ ਸਮਾਨ। ਜਲ ਤੋਂ ਪੈਦਾ ਹੁੰਦਾ ਨਾ ਕਮਲ ਫੁੱਲ, ਕਮਲ ਦੇ ਸਮਾਨ ਆਪ ਜੀ ਦੇ ਮਹਾਰਾਜ ਜੀ ਚਰਨ ਕਮਲ ਨੇ। ਕਿਰਪਾ ਕਰੋ ਜਜਵਾਓ। ਮਹਾਰਾਜ ਜੀ ਮੇਰੇ ਕੋਲੋਂ ਐਸੇ ਪਵਿੱਤਰ ਚਰਨਾਂ ਦੀ ਆਪ ਜੀ ਪੂਜਾ ਕਰਾਓ। ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਚਰਨ ਪੂਜਾਂ, ਤੁਹਾਡੇ ਚਰਨਾਂ ਨੂੰ ਜਜਾਂ, ਤੁਹਾਡੇ ਚਰਨਾਂ ਨੂੰ ਧੋਵਾਂ, ਤੁਹਾਡੇ ਚਰਨਾਂ ਤੇ ਨਮਸਕਾਰ ਕਰਾਂ, ਤੁਹਾਡੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਵਾਂ। ਮਹਾਰਾਜ ਮੇਰੀ ਇਹ ਕਾਂਖਾ ਹੈ। ਜੋ ਪਈ ਪਰਮੇਸ਼ਰ ਤੂੰ ਪੁਰਖ ਪੁਰਾਤਨ। ਮਹਾਰਾਜ ਤੁਸੀਂ ਪਰਮ ਪਰਮੇਸ਼ਵਰ ਹੋ, ਪੁਰਾਣੇ ਤੋਂ ਪੁਰਾਣੇ, ਪੁਰਾਣੇ ਤੋਂ ਪੁਰਾਣੇ। ਮਹਾਰਾਜ ਜਦੋਂ ਕੁਝ ਵੀ ਨਹੀਂ ਸੀ ਤੁਸੀਂ ਉਦੋਂ ਵੀ ਸੀ, ਉਦੋਂ ਦੇ ਹੋ ਤੁਸੀਂ ਮਹਾਰਾਜ ਜੀ। ਪਾਰ ਬ੍ਰਹਮ ਕਿਰਪਾਲ ਸਨਾਤਨ। ਪਾਰ ਬ੍ਰਹਮ ਹੋ, ਕਿਰਪਾਲੂ ਹੋ, ਪੁਰਾਤਨ ਹੋ। ਜੋਤੀ ਰੂਪ ਅਨੂਪ ਸਰੂਪਾ। ਇਹ ਜੋਤੀ ਸਵਰੂਪ ਉਪਮਾ ਤੋਂ ਰਹਿਤ ਸਾਰੇ ਜਗਤ ਦੇ ਸੁਆਮੀ ਜੀ। ਸ਼ਾਹਨ ਸ਼ਾਹ ਭੂਪ ਕੋ ਭੂਪਾ। ਇਹ ਸ਼ਾਹਾਂ ਦੇ ਸ਼ਾਹ, ਹੇ ਰਾਜਿਆਂ ਦੇ ਰਾਜਾ ਸਤਿਗੁਰੂ ਜੀ। ਭੂਪਨ ਭੂਪ, ਮਹਾਰਾਜ ਰਾਜਿਆਂ ਦੇ ਰਾਜੇ ਹੋ। ਸ਼ਾਹਨ ਸ਼ਾਹ ਹੋ, ਸ਼ਾਹਾਂ ਦੇ ਵੀ ਸ਼ਾਹ ਹੋ, ਔਰ ਰਾਜਿਆਂ ਦੇ ਵੀ ਰਾਜਾ ਦੀ ਰਾਜਾ ਹੋ। ਜਦੋਂ ਕਲਗੀਧਰ ਸੁਆਮੀ ਕਹਿੰਦੇ ਆ ਨਾ ਰਾਜਾਨ ਰਾਜ, ਮਹਾਰਾਜ ਤੁਸੀਂ ਰਾਜਿਆਂ ਦੇ ਵਿੱਚ ਵੱਡੇ ਰਾਜੇ ਹੋ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀਓ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਮਹਾਰਾਜ ਜੀ ਤੁਸੀਂ ਰਾਜਿਆਂ ਦੇ ਰਾਜੇ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਅਧਿ ਰਾਜਾ ਹੋ। ਕਰੁਣਾ ਕਰ ਬਖਸ਼ੋ ਮੁਝ ਸੁਆਮੀ। ਏ ਸੁਆਮੀ ਮੇਰੇ ਤੇ ਕਿਰਪਾ ਕਰੋ, ਕਰੁਣਾ ਕਰੋ, ਦਇਆ ਕਰਕੇ ਮੈਨੂੰ ਬਖਸ਼ ਲਓ। ਮੈਂ ਤੁਹਾਡੀ ਪਨਾਹ ਵਿੱਚ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਮਹਾਰਾਜ ਮੈਨੂੰ ਬਖਸ਼ ਲਵੋ। ਦੀਨ ਬੰਧੂ ਸਭ ਅੰਤਰ ਜਾਮੀ। ਏ ਦੀਨਾ ਬੰਧੂ ਤੁਸੀਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹੋ। ਹਰ ਹਿਰਦੇ ਵਿੱਚ ਕੀ ਵਰਤਦਾ ਹੈ, ਹਰ ਹਿਰਦੇ ਦੀ ਜਾਣਨ ਵਾਲੇ, ਬੁੱਝਣ ਵਾਲੇ ਅੰਤਰਜਾਮੀ ਮਾਲਕ ਹੋ। ਪਾਵ ਬੰਧਨ ਤੇ ਕਰ ਛੁਟਕਾਰਾ, ਪਤ ਤੇ ਉਦਾਹਰਨ ਬਿਰਦ ਤੁਮਾਰਾ। ਮਹਾਰਾਜ ਇਹਨਾਂ ਭਾਵ ਸੰਸਾਰ ਦੇ ਬੰਧਨਾਂ ਤੋਂ ਤੁਸੀਂ ਸਾਡਾ ਛੁਟਕਾਰਾ ਕਰਾਉਣ ਵਾਲੇ ਹੋ। ਭਵ ਬੰਧਨਾਂ ਤੋਂ ਸਾਨੂੰ ਮਹਾਰਾਜ ਜੀ ਮੁਕਤੀ ਦੇਣ ਵਾਲੇ ਮੁਕਤੀ ਦਾਤਾ ਹੋ। ਗਰੀਬ ਨਵਾਜ ਕਿਰਪਾ ਕਰੋ ਮਹਾਰਾਜ, ਪਤਤਾ ਨੂੰ ਉਧਾਰਨੇ ਵਾਲਾ ਤੁਹਾਡਾ ਬਿਰਦ ਹੈ। ਅੱਜ ਅੰਮ੍ਰਿਤ ਵੇਲੇ ਸਾਹਿਬ ਜੀ ਨੇ ਮੁੱਖ ਵਾਕ ਵੀ ਇਹੀ ਬਖਸ਼ਿਆ। ਮਹਾਰਾਜ ਤੁਸੀਂ ਪਤਤਾ ਨੂੰ ਉਧਾਰਨੇ ਵਾਲੇ ਹੋ। ਗਰੀਬ ਨਵਾਜ ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ, ਤੁਹਾਡੇ ਤੋਂ ਵਾਰੇ ਜਾਂਦਾ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਜਦੋਂ ਮੈਂ ਸੁਣਿਆ ਕਿ ਤੁਸੀਂ ਭਗਤ ਵਛਲ ਹੋ, ਮੈਂ ਬੜਾ ਦੁਖੀ ਹੋਇਆ ਕਿ ਮੇਰੇ ਸਾਹਿਬ ਜੀ ਇਕੱਲੇ ਭਗਤ ਵਛਲ ਨੇ। ਮਨ ਬੜਾ ਉਦਾਸ ਹੋਇਆ ਸੁਣ ਕੇ ਵੀ ਮੈਂ ਤਾਂ ਭਗਤ ਹਾਂ ਨਹੀਂ। ਸਤਿਗੁਰੂ ਜੀ ਤੁਸੀਂ ਭਗਤ ਵਛਲ ਹੋ, ਕੱਲਾ ਭਗਤਾਂ ਨੂੰ ਪਿਆਰ ਕਰਦੇ ਹੋ, ਤੇ ਮੈਂ ਤਾਂ ਭਗਤ ਨਹੀਂ ਹਾਂ, ਤੇ ਮਹਾਰਾਜ ਮੇਰਾ ਕੀ ਬਣੇਗਾ।
ਕਹਿੰਦੇ ਫਿਰ ਮੇਰੇ ਕੰਨੀ ਆਵਾਜ਼ ਪਈ, ਆਖਿਆ ਮੇਰੇ ਸਾਹਿਬ ਜਿੱਥੇ ਭਗਤ ਵਛਲ ਨੇ ਉੱਥੇ ਉਹ ਪਤਤ ਪਾਵਨ ਵੀ ਨੇ। ਕਹਿੰਦੇ ਜਦੋਂ ਮੈਂ ਸੁਣਿਆ ਕਿ ਮੇਰੇ ਸਾਹਿਬ ਜੀ ਪਤਤ ਪਾਵਨ ਨੇ, ਕਹਿੰਦੇ ਸੁਣਦਿਆਂ ਮੇਰੇ ਮਨ 'ਚ ਵੀ ਆਸ ਵੱਜ ਗਈ ਵੀ ਗੱਲ ਬਣ ਗਈ, ਹੁਣ ਮੈਨੂੰ ਤਾਂ ਤਾਰਨਗੇ, ਪਤਤ ਤਾਂ ਮੈਂ ਹਾਂ ਹੀ ਆ। ਭਗਤ ਵਛਲ ਸੋ ਨ ਹੋਤ ਹੈ ਨਿਰਾਸ ਹਿਓ, ਪਤਤ ਪਾਵਨ ਸੋ ਨ ਆਸਾ ਔਰ ਧਾਰ ਹੋ। ਮਹਾਰਾਜ ਜਦੋਂ ਮੈਂ ਸੁਣਿਆ ਤੁਸੀਂ ਪਤਤ ਪਾਵਨ ਹੋ, ਸੁਣ ਕੇ ਮੇਰੇ ਮਨ 'ਚ ਆਸ ਵੱਜ ਗਈ। ਪਤਤ ਪਾਵਨ ਤਰਨ, ਮਹਾਰਾਜ ਤੁਸੀਂ ਪਤਤ ਪਾਵਨ ਹੋ, ਤਾਰਨ ਵਾਲੇ ਹੋ। ਬਲ ਬਲ ਬਲੇ ਬਲ ਜਾਉ, ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਵਾਰੇ ਜਾਵਾਂ, ਕੁਰਬਾਨ ਜਾਵਾਂ। ਜਿਉਂ ਜਿਉਂ ਬਿਨੇ ਦੀਨ ਹੋਏ ਕਰਈ, ਜਿਵੇਂ ਜਿਵੇਂ ਰਾਏ ਬੁਲਾਰ ਜੀ ਦੀਨ ਹੋ ਕੇ ਸਾਹਿਬ ਨੂੰ ਬੇਨਤੀਆਂ ਕਰਦੇ ਹਨ, ਤਿਉਂ ਤਿਉਂ ਰਾਏ ਮੋਹ ਤਮ ਟਰਈ। ਤਿਵੇਂ ਤਿਵੇਂ ਰਾਏ ਦੇ ਮੋਹ ਦਾ ਹਨੇਰਾ ਆਪਣੇ ਆਪ ਹੀ ਦੂਰ ਹੋਈ ਜਾਂਦਾ। ਜਿਵੇਂ ਜਿਵੇਂ ਗੁਰੂ ਦੀ ਵਡਿਆਈ ਕਰੀ ਜਾਂਦੇ ਰਾਏ ਜੀ, ਤਿਵੇਂ ਤਿਵੇਂ ਤਿਨਾਂ ਦੇ ਅੰਦਰੋਂ ਮੋਹ ਦਾ ਹਨੇਰਾ ਤਮ ਉਹ ਦੂਰ ਹੁੰਦਾ ਚਲਿਆ ਜਾ ਰਿਹਾ ਹੈ। ਦੇਖ ਦੀਨਤਾ ਅਧਿਕ ਦਿਆਲਾ, ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਸਾਹਿਬ ਨੇ ਰਾਏ ਬੁਲਾਰ ਜੀ ਦੀ ਦੀਨਤਾ ਵੇਖੀ। ਹਿਰਦੈ ਪ੍ਰਸੀਦਿਤ ਭਏ ਵਿਸਾਲਾ, ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਬੜੇ ਮਿਹਰਾਂ ਦੇ ਘਰ ਵਿੱਚ ਆਏ, ਰਹਿਮਤ ਦੇ ਘਰ ਵਿੱਚ ਆਏ। ਦੋਹਰਾ ਬਖਸ਼ੇ ਪ੍ਰਥਮ ਖੁਦਾਏ ਤੁਮ, ਨਿਸਚਾਰ ਦੇ ਅਡੋਲ। ਮਹਾਰਾਜ ਜੀ ਕਹਿੰਦੇ ਰਾਏ ਜੀ ਤੁਸੀਂ ਖੁਦਾ ਦੇ ਬਖਸ਼ੇ ਹੋਏ ਹੋ, ਤੁਹਾਡੇ ਹਿਰਦੇ ਵਿੱਚ ਅਡੋਲ ਨਿਸ਼ਚਾ ਹੈ। ਆਪ ਰਹੋਗੇ ਸੰਗ ਮੁਝ, ਪਾਵੋ ਅਨ ਦੇ ਅਮੋਲ। ਮਹਾਰਾਜ ਜੀ ਕਹਿੰਦੇ ਰਾਏ ਜੀ ਤੁਹਾਡੇ ਵਿੱਚ, ਤੁਹਾਡੇ ਅੰਦਰ ਸਾਡੇ ਪ੍ਰਤੀ ਅਡੋਲ ਨਿਸ਼ਚਾ ਹੈ। ਤੁਸੀਂ ਖੁਦਾ ਦੇ ਬਖਸ਼ੇ ਹੋਏ ਹੋ, ਜਿੱਥੇ ਅਸੀਂ ਰਹਾਂਗੇ ਉੱਥੇ ਸदैव ਹੀ ਤੁਸੀਂ ਸਾਡੇ ਨਾਲ ਰਹੋਗੇ। ਇਹ ਸਾਡਾ ਵਰ ਹੈ, ਇਹ ਸਾਡੀ ਬਖਸ਼ਿਸ਼ ਹੈ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਰਹੋਗੇ। ਜੋ ਪਈ ਸੁਨ ਸ਼੍ਰੋਨਨ ਪੁਨ ਬੋਲੇ ਉਰਾਉ। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਬੋਲੇ, ਜਬ ਮਾਨੋਗੇ ਮੈਂ ਜੋ ਅਲਾਉ। ਮਹਾਰਾਜ ਜਦੋਂ ਤੁਸੀਂ ਮੰਨੋਗੇ ਨਾ ਵੀ ਜੋ ਮੈਂ ਕਵਾਂਗਾ, ਜਦੋਂ ਤੁਸੀਂ ਉਹ ਮੰਨੋਗੇ, ਜੋ ਮੈਂ ਕਹਾਂਗਾ ਉਹ ਮੰਨੋਗੇ, ਤਬ ਜਾਣੋਗੋ ਕਰੁਣਾ ਕਰੀ। ਮੈਂ ਤਾਂ ਜਾਣਾਂਗਾ ਵੀ ਤੁਸੀਂ ਮੈਨੂੰ ਆਪਣੇ ਨਾਲ ਰੱਖੋਗੇ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਜੋ ਮੈਂ ਕਹਾਂਗਾ ਜਦੋਂ ਤੁਸੀਂ ਮੰਨੋਗੇ ਤੇ ਮੈਂ ਸਮਝਾਂਗਾ ਵੀ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ, ਤੁਸੀਂ ਮੇਰੇ ਤੇ ਬੜੀ ਕਰੁਣਾ ਕੀਤੀ ਹੈ। ਯੋ ਨ ਪ੍ਰਤੀਤ ਆਏ ਨਰ ਹਰੀ। ਇਹ ਨਰ ਹਰੀ, ਨਰਾਂ ਨੂੰ ਹਰੇ ਭਰੇ ਕਰਨ ਵਾਲੇ ਸਾਹਿਬ, ਉਦੋਂ ਤੱਕ ਮੈਨੂੰ ਨਹੀਂ ਜੇ ਪ੍ਰਤੀਤ ਆਉਂਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਾਏ ਜੀ ਬੜੇ ਪਿਆਰ ਨਾਲ ਕਹਿ ਰਹੇ, ਮਹਾਰਾਜ ਮੈਂ ਤੇ ਤਾਂ ਜਾਣਾਂਗਾ ਵੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਜਦੋਂ ਤੁਸੀਂ ਮੇਰਾ ਕਹਿਣਾ ਮੰਨੋਗੇ, ਜੋ ਮੈਂ ਕਹਾਂਗਾ ਮੰਨੋਗੇ ਨਾ। ਜੇ ਮੰਨੋਗੇ ਤੇ ਮੈਂ ਸਮਝਾਂਗਾ ਤੁਸੀਂ ਕਿਰਪਾ ਕੀਤੀ ਹੈ। ਏਦਾਂ ਨਹੀਂ ਜੇ ਮੈਨੂੰ ਪ੍ਰਤੀਤ ਆਉਣੀ ਵੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਹਾਂਜੀ। ਪਦ ਅਰਬਿੰਦ ਆਨੰਦ ਕੰਦ ਜੇ। ਮਹਾਰਾਜ ਮੈਂ ਕਹਿਣਾ ਕੀ ਹੈ ਉਹ ਵੀ ਸੁਣੋ, ਵੀ ਮੇਰੀ ਕਿਹੜੀ ਗੱਲ ਮੰਨਣੀ ਹੈ ਤੁਸੀਂ। ਉਹ ਇਹ ਹੈ ਮਹਾਰਾਜ ਕਿ ਜਿਹੜੇ ਆਪ ਜੀ ਦੇ ਸੋਹਣੇ ਜੇ ਪਵਿੱਤਰ ਚਰਨ ਕਮਲ ਹਨ, ਮਹਾਰਾਜ ਆਪ ਜੀ ਦੇ ਜਿਹੜੇ ਆ ਸੋਹਣੇ ਜੇ ਸੁੰਦਰ ਜੇ, ਜਿਨ੍ਹਾਂ ਚਰਨਾਂ ਨੂੰ ਜੋਗੀਸ਼ਵਰ ਆਪਣੇ ਹਿਰਦੇ 'ਚ ਵਸਾਉਂਦੇ ਆ, ਉਹਨਾਂ ਨੂੰ ਵੀ ਦੁਰਲਭ ਨੇ ਉਹ ਜੋ ਆਪ ਜੀ ਦੇ ਪਵਿੱਤਰ ਚਰਨ ਹਨ। ਜਜ ਕਰ ਬੰਦੋ ਹੱਥ ਬੰਦ ਜੇ। ਮੈਂ ਆਪਣੇ ਹੱਥੀਂ ਨਾ ਚਰਨਾਂ ਨੂੰ ਧੋਵਾਂ, ਪੂਜਾ ਕਰਾਂ ਤੇ ਫਿਰ ਇਹਨਾਂ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਾਂ। ਤੇ ਜੇ ਤੁਸੀਂ ਮੇਰੀ ਇਹ ਗੱਲ ਮੰਨੋ ਤੇ ਮੈਂ ਸਮਝਾਂਗਾ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਕਿਉਂਕਿ ਅੱਜ ਤਾਈਂ ਮਹਾਰਾਜ ਤੁਸੀਂ ਆਪਣੇ ਚਰਨ ਮੈਨੂੰ ਛੂਹਣ ਨਹੀਂ ਦਿੱਤੇ। ਤੇ ਜੇ ਮੇਰੇ ਤੇ ਕਿਰਪਾ ਕੀਤੀ ਹੈ ਤੁਸੀਂ, ਮੈਂ ਤਾਂ ਮੰਨਾਂਗਾ ਵੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ ਜੇ ਮੈਨੂੰ ਆਪਣੇ ਚਰਨ ਪੂਜਣ ਦਿਓ। ਤਬ ਤ੍ਰਿਪਤੇ ਚਿਤ
ਤਰਨ ਤਰਨਾ। ਤਾਂ ਮੇਰਾ ਇਹ ਚਿੱਤ ਤ੍ਰਿਪਤ ਹੋਵੇਗਾ, ਰੱਜੇਗਾ ਮਹਾਰਾਜ ਗਰੀਬ ਨਵਾਜ ਜੀ। ਅਸ ਬਿਦ ਬਿਨ ਮਨ ਨਹੀਂ ਅਮਨਾ। ਏਦਾਂ ਨਹੀਂ ਮੇਰਾ ਮਨ ਮੰਨਦਾ, ਏਦਾਂ ਨਹੀਂ ਮੇਰੇ ਮਨ 'ਚ ਯਕੀਨ ਆਉਂਦਾ। ਹੋਏ ਜਾਉ ਮੈਂ ਤਬੇ ਨਿਹਾਲੂ। ਮਹਾਰਾਜ ਮੈਂ ਉਦੋਂ ਫਿਰ ਨਿਹਾਲ ਹੀ ਹੋ ਜਾਵਾਂਗਾ ਜਦੋਂ ਤੁਸੀਂ ਇਹ ਕਿਰਪਾ ਕਰੋਗੇ ਨਾ ਮੇਰੇ ਤੇ, ਫਿਰ ਮੈਂ ਤਾਂ ਨਿਹਾਲ ਹੀ ਹੋ ਜਾਵਾਂਗਾ। ਛੂਟੇ ਜਗਤ ਜੋਨ ਜਮ ਜਾਲੂ। ਮੈਂ ਜਗਤ ਦੀਆਂ ਜੂਨੀਆਂ ਤੋਂ ਤੇ ਜੰਮਾਂ ਦੀਆਂ ਫਾਈਆਂ ਤੋਂ ਛੁੱਟ ਜਾਵਾਂਗਾ ਜੇ ਤੁਸੀਂ ਏਦਾਂ ਕਿਰਪਾ ਕਰੋਗੇ। ਬਿਨੇ ਮਾਨੀਏ ਦੀਨ ਦਿਆਲਾ। ਇਹ ਦੀਨਾਂ ਤੇ ਦਇਆ ਕਰਨ ਵਾਲੇ ਸਾਹਿਬ ਜੀ ਕਿਰਪਾ ਕਰੋ, ਮੇਰੀ ਬੇਨਤੀ ਪ੍ਰਵਾਨ ਕਰ ਲਵੋ। ਪਰਨਾ ਚਰਨੇ ਸ਼ਰਨ ਬਿਸਾਲਾ। ਮਹਾਰਾਜ ਮੈਨੂੰ ਆਪਣੇ ਚਰਨਾਂ ਦਾ ਪਰਨਾ ਬਖਸ਼ ਦਿਓ, ਆਸਰਾ ਬਖਸ਼ ਦਿਓ। ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। ਕਲਗੀਧਰ ਸਵਾਮੀ ਦੇ ਬਚਨ ਨੇ ਮਹਾਰਾਜ ਜੀ, ਸਰਬਲੋ ਗ੍ਰੰਥ ਵਿੱਚ ਬਚਨ ਲਿਖਦੇ ਆ। ਮਹਾਰਾਜ ਗੁਰਦੇਵ ਕਹਿੰਦੇ ਮੰਪਾਹ 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 ਤੋ ਸ਼ਰਨ। ਮਹਾਰਾਜ ਮੈਂ ਤੁਹਾਡੀ ਸ਼ਰਨ ਚ ਹਾਂ, ਤੁਹਾਡੀ ਸ਼ਰਨ ਚ ਹਾਂ, ਤੁਹਾਡੀ ਸ਼ਰਨ ਚ ਹਾਂ। ਗਰੀਬ ਨਵਾਜ ਮੈਂ ਤੁਹਾਡੀ ਪਨਾਹ ਵਿੱਚ ਹਾਂ, ਮੈਨੂੰ ਆਪਣੀ ਸ਼ਰਨ ਦਾ ਆਸਰਾ ਬਖਸ਼ੋ। ਦੋਹਰਾ ਪ੍ਰੇਮਾ ਤੁਰ ਅਵਲੋਕ ਗੁਰ ਕਹਿਤ ਲਾਲਸਾ ਜੋਏ। ਸਤਿਗੁਰੂ ਜੀ ਨੂੰ ਜਦੋਂ ਮਹਾਰਾਜ ਜੀ ਨੇ ਵੇਖਿਆ ਨਾ, ਰਾਏ ਬੁਲਾਰ ਜੀ ਪ੍ਰੇਮਾ ਆਤੁਰ ਨੇ, ਪ੍ਰੇਮ ਵਿੱਚ ਆਤੁਰ ਨੇ, ਵਿਆਕੁਲ ਨੇ ਪ੍ਰੇਮ 'ਚ, ਤੇ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਬਚਨ ਬਹੋਰਿਓ ਜਾਤ ਨੇ ਕਰੀਏ ਤਸ ਬਿਦ ਸੋਏ। ਸਾਹਿਬ ਕਹਿੰਦੇ ਰਾਏ ਜੀ ਤੁਹਾਡਾ ਬਚਨ ਨਹੀਂ ਮੋੜ ਹੁੰਦਾ, ਤੁਹਾਡਾ ਬਚਨ ਨਹੀਂ ਮੋੜ ਹੁੰਦਾ। ਜੋ ਤੁਹਾਡੀ ਇੱਛਾ ਹੈ ਉਹ ਤੁਸੀਂ ਕਰ ਲਵੋ, ਜੋ ਤੁਹਾਡੀ ਕੰਖ ਹੈ ਉਹ ਕਰ ਲਵੋ। ਜੋ ਪਈ ਘਟਕਾ ਚਤਰ ਸਰਬ ਪਰਵਾਰਾ। ਚਾਰ ਘੜੀਆਂ ਮਹਾਰਾਜ ਜੀ ਦਾ ਪਰਿਵਾਰ ਵੀ ਉੱਥੇ ਰਿਹਾ। ਕਯੋ ਰਾਏ ਪੁਨ ਗਏ ਅਗਾਰਾ। ਸਤਿਗੁਰਾਂ ਦੇ ਕਹਿਣ ਤੇ, ਰਾਏ ਬੁਲਾਰ ਜੀ ਦੇ ਕਹਿਣ ਤੇ ਪਰਿਵਾਰ ਨੂੰ ਰਾਏ ਜੀ ਨੇ ਭੇਜ ਦਿੱਤਾ ਵੀ ਤੁਸੀਂ ਜਾਓ, ਸਤਿਗੁਰੂ ਜੀ ਮੇਰੇ ਕੋਲ ਨੇ। ਹਾਂਜੀ, ਉਰ ਕਰ ਹਰਖ ਬੁਲਾਰ ਵਿਚਾਰਾ। ਰਾਏ ਬੁਲਾਰ ਨੇ ਖੁਸ਼ੀ ਨਾਲ ਵਿਚਾਰ ਕੀਤੀ, ਪੂਰਬ ਪਾਕ ਕਰਾਉ ਆਹਾਰਾ। ਕਿ ਮੈਂ ਸਾਹਿਬ ਲਈ ਭੋਜਨ ਤਿਆਰ ਕਰਾਵਾਂ ਘਰ ਵਿੱਚ, ਕਿ ਸਾਹਿਬ ਜੀ ਨੂੰ ਭੋਜਨ ਛਕਾਵਾਂ, ਇਹ ਭਾਵਨਾ ਕੀਤੀ। ਦਾਸ ਪਟਿਓ ਦਿਜ ਦ੍ਰੁਤੇ ਬੁਲਾਇਓ। ਆਪਣਾ ਸੇਵਕ ਭੇਜ ਕੇ ਰਾਏ ਬੁਲਾਰ ਜੀ ਨੇ ਝੱਟ ਇੱਕ ਲਾਂਗਰੀ ਜਿਹੜਾ ਬ੍ਰਾਹਮਣ ਸੀ ਉਹਨੂੰ ਬੁਲਾਇਆ। ਓਏ ਪ੍ਰੇਮ ਮੈਂ ਬਚਨੀ ਅਲਾਇਓ। ਬੜੇ ਪ੍ਰੇਮ ਚ ਭਿੱਜਿਆ ਹੋਇਆ ਰਾਏ ਬੁਲਾਰ ਜੀ ਆਪਣੇ ਉਸ ਲਾਂਗਰੀ ਨੂੰ ਸੱਦ ਕੇ ਰਸੋਈਏ ਨੂੰ ਕਹਿਣ ਲੱਗੇ, ਮਿਲਿਓ ਆਨ ਕਰ ਮੋਏ ਖੁਦਾਏ। ਆਖਿਆ ਰਸੋਈਆ ਜੀ ਮੈਨੂੰ ਖੁਦਾ ਮਿਲਿਆ ਆ ਕੇ, ਖੁਦਾ ਰੱਬ ਮਿਲਿਆ ਮੈਨੂੰ ਆ ਕੇ। ਕਰੋ ਰਸੋਈ ਦਿਜ ਅਬਨਾਏ। ਜਾ ਇਸ਼ਨਾਨ ਪਾਨ ਕਰਕੇ ਚੰਗੀ ਤਰ੍ਹਾਂ ਸਾਫ਼ ਸਵੱਛ ਪਵਿੱਤਰ ਕੱਪੜੇ ਪਹਿਨ ਕੇ ਮੇਰੇ ਸਾਹਿਬ ਲਈ, ਮੇਰੇ ਰੱਬ ਲਈ ਭੋਜਨ ਤਿਆਰ ਕਰ। ਮੇਰੇ ਰੱਬ ਜੀ ਆਏ ਐ, ਉਹਨਾਂ ਵਾਸਤੇ ਭੋਜਨ ਤਿਆਰ ਕਰਨਾ, ਚੰਗੀ ਤਰ੍ਹਾਂ ਸਾਫ਼ ਸੁਥਰੇ ਕੱਪੜੇ ਪਾ, ਇਸ਼ਨਾਨ ਕਰ। ਮਮ ਹਦੂਰ ਸ਼ੁਭ ਪਰਮ ਆਹਾਰਾ। ਮੇਰੇ ਸਾਹਮਣੇ ਮਹਾਰਾਜ ਜੀ ਦੇ ਲਈ ਸੋਹਣੇ ਸ੍ਰੇਸ਼ਟ ਆਹਾਰ ਤਿਆਰ ਕਰ। ਅਚਵਾਵੋ ਨੇ ਕਰੋ ਅਵਾਰਾ। ਤੇਰੀ ਨਾ ਕਰ, ਜਿੰਨਾ ਛੇਤੀ ਹੋ ਸਕੇ ਭੋਜਨ ਛਕਾਈਏ ਸਾਹਿਬ ਜੀ ਨੂੰ। ਸੁਚ ਸੋਲੇ ਜਲ ਕੁੰਭ ਨਵੀਨਾ। ਨਵੇਂ ਘੜੇ ਲੈ ਕੇ ਆਈ, ਪੁਰਾਣੇ ਘੜੇ ਨਹੀਂ ਜੇ ਵਰਤਣੇ ਪਾਣੀ ਵਾਸਤੇ, ਸੁਚਮਤਾ ਨਾਲ ਪਾਣੀ ਲਿਆਈ ਭਰ ਕੇ। ਰੁਚ ਸੋ ਕਰੋ ਪਾਕ ਪਰ ਬੀਨਾ। ਔਰ ਰੁਚੀ ਨਾਲ ਮਹਾਰਾਜ ਜੀ ਲਈ ਭੋਜਨ ਤਿਆਰ ਕਰੀ। ਗੁਰੂ ਖਾਲਸਾ ਜੀ ਸਾਹਿਬ ਲਈ ਭੋਜਨ ਤਿਆਰ ਕਰਨਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ, ਉਹਦੇ ਵਾਸਤੇ ਪਵਿੱਤਰਤਾ ਹੋਣੀ ਚਾਹੀਦੀ। ਐਸੇ ਰਹਿਤਨਾਮਿਆਂ 'ਚ ਬਚਨ ਨੇ। ਤੂੰ ਰਾਏ ਬੁਲਾਰ ਨੇ ਸਤਿਗੁਰਾਂ ਨੂੰ ਭੋਜਨ ਛਕਾਣਾ, ਇਸ ਕਰਕੇ ਉਹਨੇ ਪਹਿਲਾਂ ਕਹਿ ਦਿੱਤਾ ਚੰਗੇ ਸਾਫ਼ ਭਾਂਡੇ ਹੋਣ, ਪਵਿੱਤਰ ਇਸ਼ਨਾਨ ਕਰੀ, ਤੂੰ ਸਾਫ਼ ਕੱਪੜੇ ਪਾਵੀਂ, ਕੁੰਭ ਘੜੇ ਵੀ ਨਵੇਂ ਲੈ ਕੇ ਆਈ ਮਿੱਟੀ ਦੇ, ਕਿਉਂਕਿ ਪਹਿਲੇ ਘੜੇ ਜਿਹੜੇ ਆਪਣੇ ਘਰਾਂ 'ਚ ਵਰਤਦੇ ਆ ਇਹਨਾਂ ਨੂੰ ਹੋ ਸਕਦਾ ਕਿਸੇ ਝੂਠੇ ਹੱਥ ਲਾਏ ਹੋਣ,
ਨਵੇਂ ਘੜੇ ਲਿਆਈ, ਸਾਫ਼ ਪਾਣੀ ਪਾਵੀਂ ਉਹਨਾਂ ਵਿੱਚ, ਔਰ ਰੁਚੀ ਨਾਲ ਸਾਹਿਬ ਲਈ ਭੋਜਨ ਤਿਆਰ ਕਰਾ। ਬਿੰਜਨ ਮధుਰ ਰੁਚਰ ਕਰਵਾਏ, ਕਹਿੰਦੇ ਕਈ ਤਰ੍ਹਾਂ ਦੇ ਬਿੰਜਨਾਦ, ਮਿੱਠੇ, ਖੀਰ ਆਦਿਕ ਤਿਆਰ ਕਰਵਾਈ। ਮੇਵੇ ਪਾਇਸ ਮਾਏ ਮਿਲਾਏ, ਖੀਰ ਬਣਾਈ ਤੇ ਖੀਰ 'ਚ ਕਈ ਤਰ੍ਹਾਂ ਦੇ ਮੇਵੇ ਪਾਏ, ਬਦਾਮ ਪਾਏ, ਛੁਹਾਰੇ ਪਾਏ, ਕਾਜੂ ਪਾਏ, ਹੋਰ ਸੌਗੀ ਆਦਿਕ ਬੇਅੰਤ ਮੇਵੇ ਕਹਿੰਦੇ ਪਾ ਕੇ ਖੀਰ ਤਿਆਰ ਕੀਤੀ। ਸੂਖਮ ਚਾਵਰ ਕ੍ਰਿਤ ਪੁੰਜਵਾਏ, ਕਹਿੰਦੇ ਸੂਖਮ ਬਰੀਕ ਚਾਵਲ, ਜਿਨ੍ਹਾਂ ਨੂੰ ਦੇਸੀ ਘਿਓ ਦਾ ਤੜਕਾ ਲਾ ਕੇ ਕਹਿੰਦੇ ਬੜੇ ਸੋਹਣੇ ਚਾਵਲ, ਜਿਨ੍ਹਾਂ ਨੂੰ ਅੱਜ ਕੱਲ ਆਪਾਂ ਬਾਸਮਤੀ ਦੇ ਚਾਵਲ ਕਹਿੰਦੇ ਆ, ਉਦੋਂ ਉਹਨਾਂ ਨੂੰ ਸੂਖਮ ਚਾਵਲ ਲਮੇਰੇ ਚਾਵਲ ਜਿਹੜੇ ਨੇ ਉਹ ਲਮੇਰੇ ਸੂਖਮ ਬਰੀਕ ਕਹਿੰਦੇ ਉਹ ਤਿਆਰ ਕਰਵਾਏ, ਵਿੱਚ ਜੀਰਾ ਪਾਇਆ, ਧਨੀਆ ਪਾਇਆ ਹੋਇਆ। ਨਾਨਾ ਪਾਤ ਸਲਵਨ ਬਣਾਏ, ਕਹਿੰਦੇ ਨਾਨਾ ਪਰ ਚਾਵਲ ਹੀ ਕਈ ਤਰ੍ਹਾਂ ਦੇ ਬਣਾਏ, ਕਿਤੇ ਜੀਰੇ ਵਾਲੇ ਬਣਾਏ, ਕਿਤੇ ਪੁਲਾਓ ਬਣਾਇਆ, ਕਿਤੇ ਵਿੱਚ ਮਿੱਠਾ ਪਾ ਕੇ ਰੰਗ ਵਾਲੇ ਚੌਲ ਬਣਾਏ, ਗੁੜ ਵਾਲੇ ਚੌਲ ਬਣਾਏ। ਕਹਿੰਦੇ ਏਦਾਂ ਚਾਵਲ ਹੀ ਕਈ ਤਰ੍ਹਾਂ ਦੇ ਬਣਾਏ। ਦੋਹਰਾ ਆਪ ਉਠਿਓ ਲੈ ਆਬ ਕੋ, ਪਾਦ ਪਖਾਲਨ ਹੇਤ। ਰਾਏ ਬੁਲਾਰ ਜੀ ਹੁਣ ਆਪ ਉੱਠੇ, ਬਿਰਧ ਸੀ, ਹੌਲੇ ਹੌਲੇ ਆਸਰਾ ਲੈ ਕੇ ਉੱਠੇ, ਆਪਣੀ ਰੀਝ ਪੂਰੀ ਕਰਨੀ ਸੀ। ਕੀ ਕੀਤਾ? ਜਲ ਲਿਆ ਆਪਣੇ ਹੱਥੀਂ, ਆਂਬ ਕਹਿੰਦੇ ਆ ਜਲ ਨੂੰ, ਜਲ ਲਿਆਂਦਾ ਆਪਣੇ ਹੱਥੀਂ। ਵੈਸੇ ਬਰ ਪਰ ਅੰਕ ਪਰ ਸ਼੍ਰੀ ਬੇਦੀ ਕੁਲ ਕੇਤ, ਬੇਦੀਆਂ ਦੀ ਕੁਲ ਦੇ ਕੇਤੂ ਸਤਿਗੁਰੂ ਜੀ ਨੂੰ ਪਲੰਗੇ ਤੇ ਬਿਠਾਇਆ ਰਾਏ ਬੁਲਾਰ। ਮਹਾਰਾਜ ਇੱਥੇ ਪਲੰਗੇ ਤੇ ਸਜੋ। ਸਤਿਗੁਰੂ ਜੀ ਨੂੰ ਪਲੰਗੇ ਤੇ ਬਿਠਾ ਕੇ ਜੋ ਪਈ ਅਵਨੀ ਆਸਨਹੀਨ ਅਸੀਨਾ, ਆਪ ਬਿਨਾਂ ਆਸਣ ਤੋਂ ਥੱਲੇ ਜਿਹੜੀ ਪੁੰਜੇ ਜ਼ਮੀਨ ਹੁੰਦੀ ਉਹਦੇ ਤੇ ਥੱਲੇ ਬਹਿ ਗਏ ਰਾਏ ਬੁਲਾਰ ਜੀ। ਸਾਹਿਬ ਨੂੰ ਉੱਤੇ ਪਲੰਗੇ ਤੇ ਬਿਠਾਇਆ। ਕਰੋ ਜੀ ਦਰਸ਼ਨ, ਸਰਵਣ ਦਰਸ਼ਨ। ਸਾਹਿਬ ਜੀ ਬੈਠੇ ਨੇ ਪਲੰਗੇ ਤੇ, ਸੋਹਣਾ ਸਰੂਪ, ਚਾਦਰਾ ਇੱਕ ਤੇੜਾ, ਇੱਕ ਚਾਦਰੇ ਦਾ ਬੁੱਕਲ ਮਾਰਿਆ ਹੋਇਆ, 2 ਗਜ ਦਾ ਸਾਫ ਹੈ, ਸੀਸ ਤੇ ਬੱਧਾ ਗੁਰਦੇਵ ਨੇ। ਰਾਏ ਜੀ ਥੱਲੇ ਬਹਿ ਗਏ ਆ ਪੁੰਜਿਆਂ। ਅਤ ਸਤਕਾਰਤ ਪ੍ਰੀਤੇ ਲੀਨਾ, ਸਤਿਗੁਰਾਂ ਦਾ ਅਤੀ ਸਤਕਾਰ ਕਰਦਿਆਂ ਪ੍ਰੀਤ ਚ ਲੀਨ ਹਨ। ਗਹੇ ਚਰਨ ਕਰ ਨੀਰ ਪਖਾਰੇ, ਇੱਕ ਪਰਾਤ ਲਿਆਂਦੀ ਹੈ, ਪਰਾਤ ਥੱਲੇ ਰੱਖੀ, ਮਹਾਰਾਜ ਜੀ ਦੇ ਚਰਨ ਵਿੱਚ ਸਜਾਏ ਹੈ ਬਰਤਨ ਵਿੱਚ, ਤੇ ਜਲ ਲਿਆ ਨਵੇਂ ਸਾਫ ਜਲ, ਚਰਨੋ ਦਿਕਲੇ ਸਿਰ ਪਰ ਤਾਰੇ। ਮਹਾਰਾਜ ਜੀ ਦੇ ਚਰਨਾਂ ਨੂੰ ਮਲ ਮਲ ਕੇ ਧੋਣ ਲੱਗ ਪਏ। ਰਾਏ ਬੁਲਾਰ ਜੀ ਸਾਹਿਬ ਦੇ ਚਰਨਾਂ ਨੂੰ ਜਲ ਨਾਲ ਧੋਂਦੇ। ਜਿਹੜਾ ਜਲ ਉਸ ਬਰਤਨ ਚ ਆਉਂਦਾ, ਉਸ ਜਲ ਦੀਆਂ ਚੂੜੀਆਂ ਆਪਣੇ ਸੀਸ ਤੇ ਪਾਉਂਦੇ, ਆਪਣੇ ਸੀਸ ਤੇ ਪਾਉਂਦੇ, ਤੇ ਨਾਲ ਚੂੜਾ ਆਪਣੇ ਮੁਖ ਵਿੱਚ ਪਾ ਕੇ ਮਹਾਰਾਜ ਜੀ ਦੇ ਚਰਨਾਂ ਦੀ ਪੌਲ ਲੈਂਦੇ। ਹਾਂਜੀ। ਪਾਏ ਬਦਨ ਮੈਂ ਨੈਣ ਸਲੋਸੇ, ਉਸੇ ਜਲ ਨੂੰ ਆਪਣੇ ਨੇਤਰਾਂ ਵਿੱਚ ਵੀ ਲਾਇਆ। ਸਲੋਸੇ ਕਹਿੰਦੇ ਨੇਤਰਾਂ ਨੂੰ ਵੀ ਪਲੋਸਿਆ ਉਸੇ ਜਲ ਨਾਲ। ਪੁਨ ਪਟ ਸੋ ਪਦ ਪਹੁੰਚ ਪਲੋਸੇ, ਸਤਿਗੁਰੂ ਜੀ ਦੇ ਚਰਨ ਫਿਰ ਧੋਏ, ਤੇ ਧੋ ਕੇ ਕੱਪੜਾ ਲਿਆ, ਤੇ ਕੱਪੜੇ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਏਦਾਂ ਪੂੰਝਦੇ ਬੜੇ ਪਿਆਰ ਨਾਲ, ਵਸਤਰ ਨਾਲ। ਪਾਤਸ਼ਾਹ ਦੇ ਚਰਨਾਂ ਦੇ ਉੱਤੇ ਜਿਹੜਾ ਜਲ ਹੈ ਉਹਨੂੰ ਪੂਜਦੇ ਹਨ। ਧਰ ਮਾਥੇ ਪਰ ਪ੍ਰੇਮ ਮਗਨਾ, ਫਿਰ ਏਦਾਂ ਚਰਨ ਉੱਤੇ ਕਰਕੇ ਆਪਣਾ ਮੱਥਾ ਮਹਾਰਾਜ ਜੀ ਦੇ ਚਰਨਾਂ ਤੇ ਰੱਖਦੇ, ਬਾਰ-ਬਾਰ ਮੱਥਾ ਮਹਾਰਾਜ ਜੀ ਦੇ ਚਰਨਾਂ ਤੇ ਟੇਕਦੇ। ਬੇਬਲ ਬਕਰਤ ਬੋਲ ਅਵੰਨਾ, ਸਰੀਰ ਬੇਬਲ ਹੈ, ਗਲਾ ਰੁਕ ਗਿਆ ਪ੍ਰੇਮ ਨਾਲ ਜਦੋਂ ਸਾਹਿਬ ਦੇ ਚਰਨਾਂ ਤੇ ਮੱਥਾ ਧਰਦੇ। ਜਨਮ ਜਨਮਾਂਤਰਾਂ ਦੇ ਪਾਪ ਧੋਤੇ ਗਏ, ਕਪਾਟ ਖੁੱਲ ਗਏ ਰਾਏ ਬੁਲਾਰ ਜੀ ਦੇ। ਮੁਖ ਤੋਂ ਬੋਲ ਨਹੀਂ ਹੁੰਦਾ, ਜਿਹੜਾ ਰਸ, ਜਿਹੜਾ ਆਨੰਦ ਰਾਏ ਬੁਲਾਰ ਜੀ ਦੇ ਹਿਰਦੇ ਵਿੱਚ ਵਰਤ ਰਿਹਾ ਉਹ ਦੱਸਿਆ ਨਹੀਂ ਜਾਂਦਾ। ਪਾਇ ਆਨੰਦ ਔਰ ਬਰਨ ਨ ਜਾਈ, ਕੋ ਕਵੀ ਪ੍ਰੇਮ ਗਾਥ ਜੋ ਗਾਈ। ਜਿਹੜਾ ਆਨੰਦ ਰਾਏ ਜੀ ਦੇ ਹਿਰਦੇ 'ਚ ਵਰਤਿਆ ਹੈ, ਰਾਏ ਬੁਲਾਰ ਜੀ ਦੇ ਹਿਰਦੇ 'ਚ ਵਰਤਿਆ ਹੈ, ਉਹ ਆਨੰਦ ਕਿਹਾ ਨਹੀਂ ਜਾ ਸਕਦਾ। ਕਿਹੜਾ ਐਸਾ ਕਵੀ ਹੈ, ਮਹਾਂਕਵੀ ਜੀ ਕਹਿੰਦੇ, ਜਿਹੜਾ ਰਾਏ ਦੇ ਅੰਦਰ ਦੇ ਉਸ ਆਨੰਦ ਨੂੰ ਵਰਣਨ ਕਰਕੇ ਕਹਿ ਕੇ ਸੁਣਾ ਸਕੇ।
ਪ੍ਰੇਮ ਸਾਧ ਗੂੰਗੇ ਮਠਿਆਈ। ਕਹਿੰਦੇ ਤਾਂ ਗੂੰਗੇ ਦੀ ਮਠਿਆਈ ਵਾਲੀ ਗੱਲ ਹੋ ਗਈ ਹੈ। ਜਿਵੇਂ ਗੂੰਗਾ ਮਠਿਆਈ ਖਾ ਕੇ ਉਹਦਾ ਸਵਾਦ ਨਹੀਂ ਦੱਸ ਸਕਦਾ। ਕਯੋ ਨ ਜਾਏ ਰਹਿਤੇ ਅਰਗਾਈ। ਕਹਿੰਦੇ ਕਿਹਾ ਨਹੀਂ ਜਾਂਦਾ ਇਹੋ ਜਿਹਾ ਆਨੰਦ। ਉਹਦਾ ਸਰੀਰ ਹਰਕਤਾਂ ਤਾਂ ਕਰਦਾ, ਪਰ ਜੋ ਉਹਦੇ ਅੰਦਰ ਵਰਤ ਰਿਹਾ ਹੁੰਦਾ ਗੂੰਗਾ ਦੱਸ ਨਹੀਂ ਨਾ ਸਕਦਾ। ਏਦਾਂ ਰਾਏ ਬੁਲਾਰ ਦੇ ਅੰਦਰ ਜਿਹੜਾ ਆਨੰਦ ਵਰਤਿਆ ਉਹ ਕਹਿਣ ਵਿੱਚ ਨਹੀਂ ਆਉਂਦਾ। ਇਹੋ ਜਿਹਾ ਰਸ ਵਰਤਿਆ। ਮਹਾਰਾਜ ਜੀ ਨੂੰ ਭੋਜਨ ਛਕਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਯੈ ਪਰੋਏ ਹਾਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਗੁਰੂ ਡੰਡੋਤ ਬੰਧਨ ਅਨਕੁਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਜਿਨ ਕੇ ਕੰਤ ਦਿਸਾ ਪੂਰੀ ਸੇ ਅਹਨਿਸ ਫਿਰੈ ਜਲੰਦ ਆਨੰਦ ਗੁਣ ਨਿਧਾਨ ਗੁਰੂ ਗਰੀਵਨਵਾਰ ਬਹਿਦ ਬਸੰਤ ਆਗਮਾਨ ਬਸੰਤ ਆਗਮਾਨ ਬਹਿਦ ਬਸੰਤ ਆਗਮਾਨ ਪਹਿਲਾ ਮੋਰਿਓ ਸੋਏ ਪਹਿਲਾ ਮੋਰਿਓ ਪਹਿਲਾ ਮੌਲਿਓ ਸੋਏ ਪਹਿਲਾ ਮੌਲਿਓ ਸੋਏ ਪਹਿਲ ਬਸੰਤ ਆਗਮਾਨ ਪਹਿਲ
ਬਸੰਤ ਆਗਮਨ। ਜਿਤ ਮੋਲਿਐ ਸਭ ਮੋਲਿਐ, ਮੋਲਿਐ 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 ਜਿਤ ਮੋਲਿਐ ਸਭ, ਜਿਤ ਮੋਲਿਐ ਸਭ ਮੋਲਿਐ। ਜਿਤ ਮੋਲਿਐ ਸਭ ਮੋਲਿਐ, ਤਿਸੈ ਨਾ ਮੋਲਿਓ ਕੋਈ। ਤਿਸੈ ਨਾ ਮੋਲਿਓ ਕੋਈ, ਤਿਸੈ ਨਾ ਮੋਲਿਓ ਕੋਈ। ਤਿਸੈ ਨਾ ਮੋਲਿਓ ਕੋਈ, ਪਹਿਲ ਬਸੰਤ ਆਗਮਨ। ਪਹਿਲ ਬਸੰਤ ਆਗਮਨ, ਪਹਿਲਾ ਮੋਲਿਓ ਸੋਇ। ਪਹਿਲਾ ਮੋਲਿਓ ਸੋਇ, ਪਹਿਲਾ ਮੋਲਿਓ ਸੋਇ। ਪਹਿਲਾ ਮੋਲਿਓ ਸੋਇ, ਪਹਿਲ ਬਸੰਤ ਆਗਮਨ। ਪਹਿਲ ਬਸੰਤ ਆਗਮਨ, ਜਿਤ ਮੋਲਿਐ ਸਭ ਮੋਲਿਐ। ਮੋਲਿਐ 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 ਸਭ ਮੋਲਿਐ। ਜਿਤ ਮੋਲਿਐ ਸਭ ਮੋਲਿਐ, ਜਿਤ ਮੋਲਿਐ ਸਭ ਮੋਲਿਐ। ਤਿਸੈ ਨਾ ਮੋਲਿਓ ਕੋਈ, ਤਿਸੈ ਨਾ ਮੋਲਿਓ ਕੋਈ, ਤਿਸੈ ਨਾ ਮੋਲਿਓ ਕੋਈ। ਤਿਸੈ ਨਾ ਮੋਲਿਓ ਕੋਈ, ਪਹਿਲ ਬਸੰਤ ਆਗਮਨ। ਪਹਿਲ ਬਸੰਤ ਆਗਮਨ, ਪਹਿਲਾ ਮੋਲਿਓ ਸੋਇ। ਪਹਿਲਾ ਮੋਲਿਓ ਸੋਇ, ਪਹਿਲ ਬਸੰਤ, ਪਹਿਲ ਬਸੰਤ, ਪਹਿਲ ਬਸੰਤ ਹਰ ਹਰ ਨਾਮ ਜਪੰਤਿਆਂ
कश न कहे, कश न कहे जमकाल। नानक मन तन सुखी होए, अंत मिले गोपाल। हर करन ते कहो हरे भाई, करन गंते भाईए रुसहाई। वरद दुर्ग माले आए अमृत फल, सासु उपजै रथी सब शाई। नानक सिमरै एक नाम फिर बाहुड़ न ताई, नानक सिमरै एक नाम फिर बाहुड़ न ताई। नानक सिमरै एक नाम फिर बाहुड़ न ताई, नानक सिमरै एक नाम फिर बाहुड़ न ताई। बसंत की वार महल पंजवा एक ओंकार। सतगुर प्रसाद हर का नाम ध्याए कै हो हरिया पाई। करम लखन तै पाइए रुत सुहाई। वण तृण त्रिभावन मौलिया अमृत फल पाई। मिल साधु सुखी उपजै लथी सब शाई। नानक सिमरै एक नाम फिर बाहुड़ ना धाई। काम क्रोध और लोभों बिनस जाए हमें। नानक पर शरणागति कर प्रसाद गुरुदेव। बच्चे बच्चे मामली कर सचट हो आए। अपनी जन जमाए विच खड़ो, दो सोख समट गए मित्रों अंदरो। अधीन रहना ध्यान ना फिर पाए न हो। जिससे उपजे नानका सोई फिर हो। जैसे उपजिया नानका सोए फिर हुआ। जैसे उपजिया नानका सोई फिर हुआ। जैसे उपजिया नानका सोए फिर हुआ। पंजे बदे मामली करचा ढोआ। अपने चरण च पायन विच दइयो खड़ोआ। रोग सोख समिट गए नित नवा न रोआ। दिन रहना ध्याए दा फिर पाए ना मोआ। जिसते उपजिया नानका सोई फिर होआ। डगमग छाड़ रे मन बोरा। मन बोरा मन बोरा मन बोरा। डगमग छाड़ रे मन बोरा। अब तो जरे मरे सिद्ध पाइए। लीनो हाथ सिंधोरा। डगमग छाड़ रे मन बोरा। डगमग छाड़ रे मन बोरा। डगमग छाड़ रे मन बोरा। अब तो जरे मरे सिद्ध पाइए। अब तो जरे मरे सिद्ध पाइए। अब तो जरे मरे सिद्ध पाइए। लीनो हाथ सिंधोरा। डगमग
ਛਾੜ ਰੇ ਮਨ ਬੌਰਾ ਡਗਮਗ ਛਾੜ ਰੇ ਮਨ ਬੌਰਾ। ਛੱਡ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ। ਮਨ ਰੇ ਛੱਡ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ। सूर के सान मुख रन ते डर पे, सती के साचे पांडे। सूर के सान मुख रन ते डर पे, सती के साचे पांडे। अब तो जरे मरे सिद्ध पाइए, अब तो जरे मरे सिद्ध पाइए। अब तो जरे मरे सिद्ध पाइए, लीनो हाथ सिधौरा डगमग छाड़ रे मन बौरा। 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 अब तो जरे मरे सिद्ध पाइए, अब तो जरे मरे सिद्ध पाइए। अब तो जरे मरे सिद्ध पाइए, लीनो हाथ सिंधौरा। डगमग छाड़ रे मन बौरा। डगमग छाड़ रे मन बौरा। क्रोध माया के लीने, ये आबिद जगत बेगूता। काम 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 क्रोध माया के लीने। काम क्रोध माया के लीने, आबिद जगत बेगूता। कबीर राजा राम न छोड़ू, सगली उचते ऊंचा। कह कबीर राजा राम न छोड़ू, सगली उचते ऊंचा। अब तो
जरे मरे सिद्ध पाइए, अब तो जरे मरे सिद्ध पाइए, अब तो जरे मरे सिद्ध पाइए, लीनो हाथ सिंदूरा, डगमग छाड़ रे मन मोरा, डगमग छाड़ रे मन मोरा। अब तो जरे मरे सिद्ध पाइए, अब तो जरे मरे सिद्ध पाइए, अब तो जरे मरे सिद्ध पाइए, लीनो हाथ सिंदूरा, डग डग छाड़ रे मन मोरा, डगमग छाड़ रे मन मोरा, डगमग छाड़ रे मन मोरा, छाड़ रे मन मोरा, छाड़ रे मन मोरा। वाहिगुरु। जीवत साहिब सेवियो अपना, चलते राख्यो चेत, ओढ़क निभे प्रेत सेवक के, ओढ़क निभे प्रेत। ओढ़क निभे प्रेत सेवक की, ओढ़क निभे प्रेत, जीवत साहिब सेवियो अपना, जीवत साहिब सेवियो अपना, चलते राखे उचित, चलते राखे उचित, ओढ़क निभही प्रीत सेवक की, ओढ़क निभही प्रीत, ओढ़क निभही प्रीत सेवक की, ओढ़क निभही प्रीत। मान मोह यार लोभ विकारा, मान मोह यार लोभ विकारा, बियो चीत ना कालियो, मान मोह यार लोभ विकारा, मान मोह यार लोभ विकारा, बियो चीत ना कालियो, नाम रतन गुणा हर बण जे, नाम रतन गुणा हर बण जे, लाद वखर ले चालियो, लाद वखर ले चालियो, जीवत साहिब सेवियो अपना, जीवत
ਜੀਵਤ ਸਾਹਿਬ ਸੇਵਿਓ ਆਪਣਾ, ਚਲ ਤੇਰਾ ਖਿਓ ਜੀਤ। ਚਲ ਤੇਰਾ ਖਿਓ ਜੀਤ। ਓੜਕ ਨਿਭੀ ਪ੍ਰੀਤ ਸੇਵਕ ਕੀ, ਓੜਕ ਨਿਭੀ ਪ੍ਰੀਤ। ਓੜਕ ਨਿਭੀ ਪ੍ਰੀਤ ਸੇਵਕ ਕੀ, ਓੜਕ ਨਿਭੀ ਪ੍ਰੀਤ। ਜੀਵਤ ਸਾਹਿਬ ਸੇਵਿਓ ਆਪਣਾ, ਜੀਵਤ ਸਾਹਿਬ